ਗੱਲ ਹੁਣ ਕੁੱਲ ਮਿਲਾ ਕੇ ਇੱਥੇ ਮੁੱਕਦੀ ਆ ਕਿ ਕਿਹੜੇ ਕਾਲਜ ਦੀ ਝੋਲੀ 'ਚ ਕਿੰਨੀਆਂ ਟਰੋਫੀਆਂ ਗਈਆਂ। ਜੇ ਤਾਂ ਟਰੋਫੀਆਂ ਆਈਆਂ ਤਾਂ ਤੁਹਾਡਾ ਕੋਚ ਵਧੀਆ ਆ, ਨਹੀਂ ਤਾਂ ਵੀ ਕੋਚ ਬਦਲੋ। ਪਰ ਕਈ ਤਾਂ ਇਦਾਂ ਦੇ ਹੁੰਦੇ ਨੇ ਕਿ ਹਾਂ ਵੀ ਤੇਰੇ ਨਾਲ ਇੰਨੇ ਪੈਸੇ ਟੁੱਕੇ ਸੀ, ਇੰਨੇ ਤੇਰੇ ਉੱਤੋਂ ਵਾਰ ਦਿੱਤੇ, ਇਹ ਵਿੱਚੋਂ ਇਹਨੇ ਮਾਈਨਸ ਕਰ ਦੇ। ਦੇਖੋ ਕਲਾ ਔਰ ਪੈਸੇ ਵੈਸੇ ਤੇ ਬਰਾਬਰ ਨਹੀਂ ਚੱਲਦੇ, ਪਰ ਇਹ ਹੈ ਕਿ ਜੇ ਕਲਾਕਾਰ ਨੇ ਜਿਉਣਾ ਢਿੱਡ ਤੇ ਉਹਨੂੰ ਵੀ ਲੱਗਾ ਨਾ। ਜਿੱਤਾਂ ਭਾਵੇਂ ਮੈਂ ਜਿੱਤੇ, ਭਾਵੇਂ ਕੋਈ ਮੇਰਾ ਹੋਰ ਕੋਈ ਜਿਹੜਾ ਸਾਹਮਣੇ ਆਇਆ ਕਾਲਜ, ਪਰ ਜਿੱਦਾਂ ਤੇ ਭੰਗੜਾ ਹੀ ਪਿਆ ਨਾ। ਪਰ ਤੁਸੀਂ ਇੱਕ ਅਜਿਹਾ ਲੋਕ ਨਾਚ ਲੈ ਕੇ ਆਉਂਦੇ ਹੋ ਜਿਹੜਾ GNDU ਦੀ ਸਟੇਜ ਤੇ ਪਹਿਲਾਂ ਕਦੇ ਨਹੀਂ ਆਉਂਦਾ। ਮੈਨੂੰ ਵੀ ਤੁਹਾਡੇ ਵੱਲੋਂ ਕਰਵਾਏ ਗਏ ਨਾਚ ਤੋਂ ਬਾਅਦ ਪਤਾ ਲੱਗਦਾ ਕਿ ਇਹ ਵੀ ਕੋਈ ਲੋਕ ਨਾਚ ਹੁੰਦਾ। ਡੰਡਾਸ ਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕੀਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਆ ਵਰੁਣ ਕੌਰ ਮਾਨ। ਬੈਠਕ ਵਿਦ ਵਰੁਣ ਕੌਰ ਮਾਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੀ ਹਾਂ ਸਵਾਗਤ। ਹਰ ਵਾਰ ਦੀ ਤਰ੍ਹਾਂ ਗੈਸਟ ਮੌਜੂਦ ਨੇ ਜੀ ਮੇਰੀ ਬੈਠਕ 'ਚ। ਗੱਲ ਇੱਦਾਂ ਆ ਕਿ ਲੋਕ ਨਾਚ ਚੰਗੇ ਲੱਗਦੇ ਆ, ਨੱਚਣ ਦਾ ਸਾਰਿਆਂ ਨੂੰ ਚਾਅ ਆ। ਕਦੇ ਸੋਚਿਆ ਕਿ ਇਸ ਲੋਕ ਨਾਚਾਂ ਨੂੰ ਗਾਂਹ ਲੈ ਕੇ ਜਾਣ ਵਾਲੇ ਲੋਕਾਂ ਦੇ ਨਾਲ ਸਾਡਾ ਕਿਹੋ ਜਿਹਾ ਵਤੀਰਾ। ਢੋਲ ਵਾਲੇ ਨੂੰ 500 ਰੁਪਈਆ ਦੇਣ ਲੱਗਿਆਂ ਸਾਡੇ ਮੂੰਹ ਦੇ ਰੰਗ ਉੜ ਜਾਂਦੇ ਆ, ਤੇ ਹੋਟਲਾਂ ਦੇ ਵਿੱਚ ਅਸੀਂ ਇੰਨਾ ਪੈਸਾ ਲਾ ਦਿੰਦੇ ਤੀਆਂ ਕਰਨ ਦੇ ਲਈ। ਉਹ ਢੋਲ ਵਾਲੇ ਜਿਨ੍ਹਾਂ ਦੀ ਥਾਪ ਦੇ ਉੱਤੇ ਅਸੀਂ ਭੰਗੜਾ ਪਾਉਂਦੇ ਆ, ਸਾਡਾ ਲੋਕ ਨਾਚ ਉਹ ਜੀਵਿਤ ਰੱਖਦੇ ਨੇ। ਹੋਰ ਵੀ ਕਈ ਸਾਰੇ ਲੋਕ ਨਾਚ ਨੇ, ਧਮਾਲ ਆ, ਡੰਡਾਸ ਆ, ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ। ਖੋਜ ਕਰਨੀ ਪਤਾ ਕਿੰਨੀ ਔਖੀ ਹੈ ਪੰਜਾਬ ਦੇ ਉਹਨਾਂ ਲੋਕ ਨਾਚਾਂ ਦੀ ਜਿਹੜੇ ਅਲੋਪ ਹੋ ਚੁੱਕੇ ਆ। ਬਹੁਤ ਸਾਰੀਆਂ ਡੂੰਘੀਆਂ ਗੱਲਾਂ ਬਾਤਾਂ ਤੇ ਗੱਲਬਾਤ ਕਰਨ ਦੇ ਲਈ ਇੱਕ ਮਹਿਮਾਨ ਇਹੋ ਜਿਹੇ ਹੋਣੇ ਚਾਹੀਦੇ ਆ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਹੋਣ, ਆਮ ਗਲੀਆਂ ਦੇ ਵਿੱਚ ਜਾ ਕੇ ਲੱਭਦੇ ਹੋਣ ਕਿ ਲੋਕ ਨਾਚ ਅਸਲ 'ਚ ਸੱਚਮੁੱਚ ਹੈਗੇ ਕੀ ਆ। ਕਿ ਇੰਨਾ ਜ਼ਿਆਦਾ ਸਟੇਜੀਕਰਨ ਤਾਂ ਨਹੀਂ ਹੋ ਗਿਆ, ਸਾਨੂੰ ਸੱਚੀ ਮੁੱਚੀ ਭੁੱਲਣ ਲੱਗ ਗਿਆ ਕਿ ਉਹ ਲੋਕ ਨਾਚ ਕਿਸੇ ਬੰਦਸ਼ ਦਾ ਨਾਮ ਨਹੀਂ ਹੁੰਦੇ। ਲੋਕ ਨਾਚ ਤਾਂ ਖੁੱਲ੍ਹ ਕੇ ਨੱਚਣ ਦਾ ਨਾਮ ਹੁੰਦੇ ਨੇ। ਮੇਰੇ ਨਾਲ ਨੇ ਜੀ ਅੱਜ ਨੀਤੀ ਰਾਜ ਸਿੰਘ ਸ਼ੇਰਗਿੱਲ। ਨੀਤੀ ਰਾਜ ਬੀ ਸਿੰਘ ਸ਼ੇਰਗਿੱਲ, ਕਿਆ ਬਾਤ ਹੈ। ਇਹ ਹੁਣ ਬੀ ਦਾ ਕੀ ਮਤਲਬ ਹੈ ਵਿੱਚ? ਬੀ ਜੀ ਮੇਰੇ ਸਵਰਗੀ ਪਿਤਾ ਜੀ ਦਾ ਨਾਮ ਹੈ ਸਰਦਾਰ ਭੁਪਿੰਦਰ ਸਿੰਘ ਜੀ, ਤੇ ਮੈਂ ਮੇਰਾ ਜਿਹੜਾ ਨਾਮ ਦਿੱਤਾ ਹੈ ਉਹਨਾਂ ਨੇ ਨੀਤੀ ਰਾਜ ਭੁਪਿੰਦਰ ਸਿੰਘ ਮੇਰਾ ਪੂਰਾ ਨਾਮ ਹੈ। ਤੁਹਾਨੂੰ ਅਵਾਰਡ ਮਿਲੇ, ਤੁਹਾਨੂੰ ਟਾਈਮ ਟੂ ਟਾਈਮ ਅਵਾਰਡ ਮਿਲਦੇ ਰਹਿੰਦੇ ਆ ਲੋਕ ਨਾਚਾਂ ਤੇ ਕੰਮ ਕਰਨ ਦੇ ਲਈ, ਪਰ ਅੱਜ ਦੀ ਤਰੀਕ 'ਚ ਲੋਕ ਨਾਚਾਂ ਤੇ ਉਨਾ ਕੰਮ ਹੋ ਰਿਹਾ ਜਿੰਨਾ ਹੋਣਾ ਚਾਹੀਦਾ? ਤੁਸੀਂ ਤਾਂ ਆਪਣੀ ਉਮਰ ਮੈਨੂੰ ਲੱਗਦਾ 20-25 ਸਾਲ ਲਾ ਦਿੱਤੇ ਇਸ ਕੰਮ ਨੂੰ। ਬਿਲਕੁਲ ਜੀ, ਮੈਨੂੰ ਲਗਭਗ 25 ਸਾਲ ਹੋ ਗਏ ਨੇ ਇਸ ਲੋਕ ਨਾਚਾਂ ਨਾਲ ਜੁੜਿਆ ਹੋਇਆ ਨੂੰ। ਕੰਮ ਹੋ ਰਿਹਾ ਹੈ, ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਕਿ ਆਪਾਂ ਲੋਕਾਂ ਤੱਕ ਪਹੁੰਚ ਕਿੰਨੀ ਕਰ ਰਹੇ ਹਾਂ। ਕਿ ਜੇਕਰ ਮੇਰੇ ਕੋਲ ਕਿਸੇ ਚੀਜ਼ ਦੇ ਬਾਰੇ ਜਾਣਕਾਰੀ ਹੈ, ਮੈਂ ਲੋਕਾਂ ਤੱਕ ਉਹ ਪਹੁੰਚਾ ਕਿੰਨੀ ਰਿਹਾ ਹਾਂ। ਕਿਉਂਕਿ ਲੈ ਦੇ ਕੇ ਲੋਕ ਨਾਚ ਨੇ ਤੇ ਲੋਕਾਂ ਤੱਕ ਹੀ ਆਉਣੇ ਚਾਹੀਦੇ ਨੇ। ਤੇ ਜਿਹੜੇ ਪੁਰਾਣੇ ਜਿੰਨੇ ਬੰਦੇ ਨੱਚਦੇ ਹੁੰਦੇ ਸੀ ਉਹ ਪੜ੍ਹੇ ਲਿਖੇ ਘੱਟ, ਪਰ ਪ੍ਰੈਕਟੀਕਲੀ ਉਹਨਾਂ ਨੇ ਇਹ ਚੀਜ਼ਾਂ ਹੰਢਾਈਆਂ ਸੀਗੀਆਂ। ਇਹ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਕੋਲੋਂ ਸਿੱਖ ਕੇ ਆਪਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਇਹਦੇ ਉੱਤੇ ਜਿਹੜਾ ਕੰਮ ਹੁੰਦਾ ਪਿਆ ਆ ਉਹ ਜ਼ਰੂਰ ਨਵੇਂ ਮੁੰਡੇ ਵੀ ਕਰਦੇ ਹੋਣਗੇ, ਮੇਰੇ ਸੀਨੀਅਰਸ ਨੇ ਵੀ ਕੀਤਾ ਹੋਏਗਾ, ਪਰ ਇਹ ਹੈ ਕਿ ਰੈਕਗਨਾਈਜ਼ ਕਰਨਾ ਉਹਨੂੰ ਔਰ ਇੱਕ ਯੂਨੀਫਾਰਮਿਟੀ ਦੇ ਵਿੱਚ ਉਹਨੂੰ ਬੰਨ੍ਹ ਕੇ ਹਾਂ ਵੀ ਇਸ ਤਰੀਕੇ ਨਾਲ, ਔਰ ਉਸ ਲੈਵਲ ਦੇ ਉੱਤੇ ਆ ਕੇ ਸਾਡਾ ਇੱਕ ਦੂਜੇ ਮਤਭੇਦ ਵੀ ਨਹੀਂ ਰਹਿਣਾ ਚਾਹੀਦਾ ਕਿ ਮੈਂ ਕਹਾਂ ਜੀ ਕਿ ਹਾਂਜੀ ਦੁਆਬੇ ਵਿੱਚ ਭੰਗੜਾ ਇਸ ਤਰੀਕੇ ਦਾ ਵਾ ਤੇ ਇਹੀ ਠੀਕ ਹੈ, ਤੇ ਮਾਲਵੇ 'ਚ ਪੈਂਦਾ ਇਸ ਤਰੀਕੇ ਨਾਲ, ਜਾਂ ਪਟਿਆਲੇ ਜਿਸ ਤਰੀਕੇ ਨਾਲ ਪੈਂਦਾ ਤੇ ਇਹੀ ਠੀਕ ਹੈ। ਨਹੀਂ, ਸਾਨੂੰ ਕਿਤੇ ਨਾ ਕਿਸੇ ਲੈਵਲ ਦੇ ਉੱਤੇ ਸਿਰ ਜੋੜ ਕੇ ਇਹ ਚੀਜ਼ ਦਾ ਵੀ ਇਹਦਾ ਸਮਾਧਾਨ ਕੱਢਣਾ ਚਾਹੀਦਾ ਹੈ ਕਿ ਤਾਂ ਕਿ ਲੋਕਾਂ ਤੱਕ ਕੰਟਰੋਵਰਸ਼ੀਅਲ ਕੁਛ ਨਾ ਪਹੁੰਚੇ। ਤੁਹਾਡੀ ਗੱਲ ਨਾ ਬਿਲਕੁਲ ਠੀਕ ਆ। ਮੈਂ ਇਹ ਗੱਲ ਬਹੁਤ ਵਾਰੀ ਸੋਚਦੀ ਹੁੰਦੀ ਆ ਕਿ ਇੱਦਾਂ ਬਹੁਤ ਹੁੰਦਾ ਆ ਕਿ ਹੁਣ ਉਦਾਹਰਣ ਦੇ ਤੌਰ ਤੇ ਕਿਸੇ ਬੱਚਿਆਂ ਨੇ, ਹਨਾ, ਤੁਹਾਨੂੰ ਪਤਾ ਹੀ ਆ, ਤੁਸੀਂ ਇੰਨੇ ਸਾਲ ਯੂਥ ਫੈਸਟੀਵਲ ਕਰਾਏ, 2-2 ਮਹੀਨੇ ਬੱਚੇ ਘਰਾਂ ਨੂੰ ਨਹੀਂ ਜਾਂਦੇ, ਰਿਹਰਸਲਾਂ ਕਰਦੇ, ਮਿਹਨਤਾਂ ਕਰਦੇ, ਸਟੇਜ ਦੇ ਉੱਤੇ ਜਦੋਂ ਨਤੀਜੇ ਆਉਣ ਲੱਗਦੇ ਆ ਤਾਂ ਕਹਿ ਦਿੰਦੇ ਆ ਮੋਰੇ ਜੱਜ ਕਿਸੇ ਹੋਰ ਜ਼ਿਲ੍ਹੇ ਦੇ ਜਾਂ ਹੋਰ ਖੇਤਰ ਦੇ ਬੈਠੇ ਹੁੰਦੇ ਆ, ਉਹ ਕਹਿੰਦੇ ਨਹੀਂ ਸਾਡੇ ਵੱਲ ਤਾਂ ਇੱਦਾਂ ਪੈਂਦਾ। ਸਾਰਾ ਅਸਰ ਬੱਚਿਆਂ ਤੇ ਹੋ ਜਾਂਦਾ ਜੀ। ਇਹ ਚੀਜ਼ਾਂ ਆਮ ਤੌਰ ਤੇ ਵੇਖਣ ਨੂੰ ਮਿਲਦੀਆਂ ਨੇ ਕਿ ਮਾਲਵੇ ਦਾ ਇਦਾਂ, ਦੁਆਬੇ ਦਾ ਇਦਾਂ, ਮਾਝੇ ਦਾ ਇਦਾਂ। ਇਹ 'ਚ ਬੱਚਿਆਂ ਦਾ ਕੀ ਕਸੂਰ ਹੈ? ਬੱਚਿਆਂ ਦਾ ਕੋਈ ਕਸੂਰ ਨਹੀਂ। ਇਹ ਜਿਹੜੀ ਵੈਸੇ ਵੀ ਜਿਹੜਾ ਭੰਗੜਾ ਆ, ਜਿਹੜਾ ਲੋਕ ਨਾਚ ਹੈ, ਇਹ ਪੰਜਾਬ ਦਾ ਹੋਣਾ ਚਾਹੀਦਾ, ਕਿਸੇ ਖਿੱਤੇ ਦਾ ਨਹੀਂ। ਹਾਂ, ਜਿਵੇਂ 12 ਕੋਹ ਤੇ ਕਹਿੰਦੇ ਸੀ ਬੋਲੀ ਬਦਲ ਜਾਂਦੀ ਹੈ, ਇੱਦਾਂ ਸਟੈਪਸ ਦੇ ਨਾਮ ਜਿਹੜੇ ਨੇ ਉਹ ਅਲੱਗ-ਅਲੱਗ ਨੇ, ਪਰ ਸਟੈਪ ਹੁੰਦੇ ਤੇ ਪਏ ਨੇ ਨਾ। ਬਿਲਕੁਲ। ਹੁਣ ਜਿਵੇਂ ਮੈਂ ਵਿੱਚ ਮਾੜਾ ਥੋੜਾ ਜਿਹਾ ਐਡ ਕਰਨਾ ਚਾਹਾਂਗਾ ਕਿ ਜਿਵੇਂ ਸਾਡੇ ਇੱਥੇ ਅਸੀਂ ਝਾਫਾ ਕਹਿੰਦੇ ਆ, ਤੇ ਉਹਨੂੰ ਕਿਤੇ ਛੱਜ ਕਿਹਾ ਜਾਂਦਾ ਆ, ਕਿਤੇ ਯੱਕਾ ਲੁੱਡੀ ਕਿਹਾ ਜਾਂਦਾ ਆ, ਠੀਕ ਹੈ ਜੀ। ਇਸੇ ਤਰੀਕੇ ਨਾਲ ਜੰਡੂ ਸਿੰਘਾ ਆ, ਸਾਡੇ ਇੱਥੇ ਅਸੀਂ ਸਟੈਪ ਕਰਦੇ ਹਾਂ ਜੰਡੂ ਸਿੰਘਾ, ਉਹਨੂੰ ਕਿਤੇ ਤਲਵਾਰਾਂ ਕਿਹਾ ਜਾਂਦਾ।
ਇਦਾਂ ਜਿੱਥੇ ਏਰੀਆ ਦੇ ਨਾਮ ਦੇ ਨਾਲ ਉਹਦਾ ਨਾਮ ਭਾਵੇਂ ਬਦਲ ਗਿਆ, ਪਰ ਇਹ ਹੈ ਕਿ ਉਹ ਜਿਹੜਾ ਸਟੈਪ ਆ ਉਹ ਕਿਸ ਤਰੀਕੇ ਨਾਲ ਹੋ ਰਿਹਾ, ਜੋ ਸਹੀ ਤਰੀਕੇ ਨਾਲ ਹੋ ਰਿਹਾ ਤੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਜੱਜ ਕਰੋ। ਬਿਲਕੁਲ। ਮੈਂ ਤਾਂ ਨੀਤੀ ਜੀ ਨਾ ਅੱਜ ਇੱਕ ਗੱਲ ਕਰ ਰਹੇ ਸੀਗੇ ਆਪਸ ਦੇ ਵਿੱਚ ਕਿ ਲੋਕ ਟਾਲ ਮਟੋਲ ਕਰਦੇ ਆ ਮਿਹਨਤ ਦੇਣ ਨੂੰ ਸਜਿੰਦਿਆਂ ਦੀ। ਹੁਣ ਅਗਲਾ ਟਾਈਮ ਕੱਢ ਕੇ ਤੁਹਾਡੇ ਕੋਲ ਆਇਆ, ਤੁਸੀਂ ਇੰਨਾ ਪੈਸਾ ਖਰਚ ਕਰ ਰਹੇ ਹੋ ਵਿਆਹ ਦੇ ਉੱਤੇ, ਦੇਖ ਲਓ ਲੋਕ 10-10 ਲੱਖ ਆਰਾਮ ਨਾਲ ਲਾਉਂਦੇ ਹਨਾ, 2-2 ਲੱਖ ਦੀ ਸ਼ਾਪਿੰਗ ਕਰਦੇ। ਜਦੋਂ ਰਾਤ ਨੂੰ ਜਾਗੋ ਤੇ ਢੋਲੀ ਨਹੀਂ ਆਉਣਾ, ਉਹ ਵਿਚਾਰੇ ਗਰੀਬ ਨੂੰ 500-1000 ਰੁਪਇਆ ਦੇਣ ਲੱਗਿਆ ਵੀ ਉਹਨਾਂ ਨੇ ਇਦਾਂ ਕਰਨੀ ਕਿ ਲੈ ਇੰਨੇ ਪੈਸੇ। ਸੋ ਤੁਸੀਂ ਤਾਂ ਇਸ ਫੀਲਡ 'ਚ ਹੈਗੇ, ਲੋਕ ਨਾਚ ਤੁਸੀਂ ਬੱਚਿਆਂ ਨੂੰ ਵੀ ਕਰਾਉਣੇ, ਯੂਥ ਫੈਸਟੀਵਲਾਂ ਦੇ ਵਿੱਚ ਵੀ ਢੋਲੀਆਂ ਬਿਨਾ ਨਹੀਂ ਸਰ ਸਕਦਾ, ਢੋਲਕੀ ਜਿਹੜੇ ਹਨਾ ਬਹੁਤ ਜ਼ਰੂਰੀ ਆ। ਮਤਲਬ ਕਿੱਦਾਂ ਲੱਗੂਗਾ ਸੋਚੋ, ਸਾਨੂੰ ਨੱਚਣ ਦੇ ਲਈ ਥਾਲ ਵਜਾਉਣਾ, ਮੰਜਾ ਵਜਾਉਣਾ, ਇਦਾਂ ਠਾਠਾ ਤਾਂ ਕਰਨੀ ਪੈਣੀ ਨਾ। ਉਹਨਾਂ ਦੇ ਪ੍ਰਤੀ ਲੋਕਾਂ ਦਾ ਬਿਹੇਵੀਅਰ ਕਿੱਦਾਂ ਦਾ ਤੁਸੀਂ ਦੇਖਦੇ ਆ ਜਦੋਂ ਲੋਕਾਂ 'ਚ ਵਿਚਰਦੇ ਆ? ਲੋਕੀ ਜਿਹੜੇ ਤੇ ਜਿਨ੍ਹਾਂ ਨੇ ਤੇ ਇਹ ਚੀਜ਼ਾਂ ਕੀਤੀਆਂ ਨੇ, ਜਿਹੜੇ ਯੂਥ ਫੈਸਟੀਵਲਸ ਦੇ ਵਿੱਚ ਨੱਚਦੇ ਰਹੇ ਨੇ ਜਾਂ ਚੰਗੇ ਉਸਤਾਦਾਂ ਕੋਲ ਸਿੱਖੇ ਨੇ, ਉਹ ਤੇ ਉਹਨਾਂ ਨੂੰ ਉਸਤਾਦ ਮੰਨਦੇ ਨੇ, ਉਹ ਉਹਨਾਂ ਦੇ ਉੱਠ ਕੇ ਗੋਡੀ ਹੱਥ ਵੀ ਲਾਉਂਦੇ ਨੇ ਭਾਵੇਂ ਉਹ ਜਿਹੜੀ ਵੀ ਕੰਡੀਸ਼ਨ 'ਚ ਹੋਣ। ਤੇ ਪਰ ਜੇ ਆਪਾਂ ਆਮ ਲੋਕਾਂ 'ਚ ਵਹਿੰਦੇ ਆ ਤੇ ਆਮ ਲੋਕੀ ਤੇ ਇਹ ਸੋਚਦੇ ਨੇ ਕਿ 100 ਰੁਪਈਆ 200 ਰੁਪਇਆ ਦੇ ਦਾਂਗੇ ਤੇ ਸਰ ਜਾਏਗਾ। ਪਰ ਤੁਸੀਂ ਇਹ ਚੀਜ਼ ਵੇਖੋ ਕਿ ਉਸ ਬੰਦੇ ਕੋਲ ਜਿਹੜੀ ਕਲਾ ਆ, ਉਹ ਦੇਖੋ ਕਲਾ ਔਰ ਪੈਸੇ ਵੈਸੇ ਤੇ ਬਰਾਬਰ ਨਹੀਂ ਚੱਲਦੇ, ਪਰ ਇਹ ਹੈ ਕਿ ਜੇ ਕਲਾਕਾਰ ਨੇ ਜਿਉਣਾ ਢਿੱਡ ਤੇ ਉਹਨੂੰ ਵੀ ਲੱਗਾ ਨਾ, ਬਿਲਕੁਲ, ਤੇ ਉਹ ਫਿਰ ਜਿਹੜੇ ਆ ਪੈਸੇ ਆ ਉਹਦੇ ਕਿਸੇ ਨਾ ਕਿਸੇ ਰੂਪ 'ਚ ਉਹਦੇ ਕੋਲ ਜਾਣੇ ਚਾਹੀਦੇ ਨੇ, ਉਹਦੀ ਕਲਾ ਦੇ ਜਿਹੜਾ ਆ ਡਿਮਾਂਡ ਦੇ ਰੂਪ 'ਚ ਜਾਣ ਭਾਵੇਂ। ਤੇ ਜੇਕਰ ਕਿਤੇ ਕਿਸੇ ਫੰਕਸ਼ਨ ਦੇ ਸਜਿੰਦਿਆਂ ਨੂੰ ਬੁਲਾਇਆ ਜਾਂਦਾ ਆ ਤੇ ਉਹਨਾਂ ਕੋਲ ਅਸੀਂ ਕੰਮ ਕਰਵਾਉਂਦੇ ਆ, ਅਸੀਂ ਖੁਸ਼ ਹੋ ਕੇ ਉਤੋਂ ਪੈਸੇ ਵਾਰਦੇ ਵੀ ਆ। ਪਰ ਕਈ ਤਾਂ ਇਦਾਂ ਦੇ ਹੁੰਦੇ ਨੇ ਕਿ ਹਾਂ ਵੀ ਤੇਰੇ ਨਾਲ ਇੰਨੇ ਪੈਸੇ ਟੁੱਕੇ ਸੀ, ਇੰਨੇ ਤੇਰੇ ਉੱਤੋਂ ਵਾਰ ਦਿੱਤੇ, ਇਹ ਵਿੱਚੋਂ ਇਹਨੇ ਮਾਈਨਸ ਕਰ ਦੇ। ਬਹੁਤ ਤਰੀਕੇ ਦੇ ਤੁਹਾਨੂੰ ਲੋਕੀ ਵੇਖਣ ਨੂੰ ਮਿਲਣਗੇ, ਪਰ ਹਾਂ ਇਹ ਬਹੁਤ ਜ਼ਰੂਰੀ ਹੈ ਕਿ ਢਿੱਡ ਭਰਿਆ ਹੋਣਾ ਬਹੁਤ ਜ਼ਰੂਰੀ ਹੈ ਆਰਟਿਸਟ ਦਾ, ਕਿਸੇ ਵੀ ਉਸਤਾਦ ਦਾ ਢਿੱਡ ਭਰਿਆ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਭਾਵੇਂ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨਸ ਹੋਣ, ਭਾਵੇਂ ਸਰਕਾਰ ਕੋਈ ਕਿਸੇ ਕਿਸਮ ਦੀ ਐਸੋਸੀਏਸ਼ਨ ਬਣੇ। ਕਿਉਂਕਿ ਮੈਂ ਇੱਕ ਥੋੜੀ ਜਿਹੀ ਗੱਲ ਸ਼ੇਅਰ ਕਰਨੀ ਚਾਹਾਂਗਾ ਕਿ ਕੋਵਿਡ ਕਾਲ ਦੇ ਵਿੱਚ ਜੀ ਜਲੰਧਰ ਸ਼ਹਿਰ ਦੇ ਵਿੱਚ ਜਿੰਨੇ ਸਜਿੰਦੇ ਸੀਗੇ, ਚਲੋ ਅਸੀਂ ਸਾਰਿਆਂ ਦੀ ਤੇ ਨਹੀਂ, ਪਰ ਮੇਰੇ ਹਮ ਖਿਆਲ ਕੁਝ ਮੁੰਡਾ ਆਪਣੇ ਮੇਰਾ ਸਟੂਡੈਂਟ ਯਾਰ ਸੁਖਦੀਪ ਰਾਜਨ ਔਜਲਾ, ਹੋਰ ਜਿਹੜੇ ਸਾਡੇ ਬਾਕੀ ਵਿਦਿਆਰਥੀ ਨੇ ਬਾਹਰ ਨੇ ਜਿਹੜੇ, ਅਸੀਂ ਸਾਰਿਆਂ ਜਣਿਆਂ ਰਲ ਕੇ ਭਾਵੇਂ ਥੋੜੇ ਪੈਸੇ ਪਾਏ, ਉਹਨਾਂ ਦੇ ਘਰਾਂ 'ਚ ਅਸੀਂ ਰਾਸ਼ਨ ਆਪ ਦੇ ਕੇ ਆਉਂਦੇ ਰਹੇ ਹਾਂ। ਤੇ ਜੇ ਕੋਈ ਬਿਮਾਰ ਹੈ ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਭਾਵੇਂ ਥੋੜੇ ਪੈਸੇ ਦਿੱਤੇ, ਅਸੀਂ ਇਹ ਨਹੀਂ ਕਹਿੰਦੇ ਅਸੀਂ ਬਹੁਤ ਕੁਝ ਕੀਤਾ, ਪਰ ਹਾਂ ਸਾਨੂੰ ਇੰਨੀ ਕੁ ਤਸੱਲੀ ਹੈ ਕਿ ਹਾਂਜੀ ਜਿਨ੍ਹਾਂ ਨੂੰ ਅਸੀਂ ਉਸਤਾਦ ਮੰਨਦੇ ਹਾਂ ਉਹਨਾਂ ਨੂੰ ਅਸੀਂ ਕੁਛ ਕੀਤਾ। ਮਤਲਬ ਮਸਲਾ ਇੱਥੇ ਇਹ ਨਹੀਂ ਕਿ ਸੇਵਾ ਕੀਤੀ, ਮਸਲਾ ਇੱਥੇ ਹੈ ਕਿ ਸੇਵਾ ਕਿਹਦੀ ਕੀਤੀ। ਬਿਲਕੁਲ ਜੀ। ਸਵਾਲ ਇਹ ਪੈਦਾ ਹੁੰਦਾ ਕਿ ਉਹ ਲੋਕ ਜਿਹੜੇ ਲੋਕ ਨਾਚਾਂ ਨੂੰ ਗਾਂਹ ਲੈ ਕੇ ਜਾਣ ਦੇ ਲਈ ਆਪਣੀ ਦਿਨ ਰਾਤ ਮਿਹਨਤ ਕਰਦੇ ਆ ਹਨਾ, ਨਾਲ ਦੇ ਨਾਲ ਸਾਂਭ ਕੇ ਰੱਖਦੇ ਆ, ਜਦੋਂ ਉਹਨਾਂ ਤੇ ਬਣਦੀ ਆ ਉਦਾਂ ਤਾਂ ਸਾਨੂੰ ਨੱਚਣ ਦਾ ਬਹੁਤ ਚਾਅ ਆ, ਸਾਨੂੰ ਤਾਂ ਢੋਲੀ ਚਾਹੀਦਾ ਹੀ ਚਾਹੀਦਾ, ਪਰ ਜਦੋਂ ਢੋਲੀ ਨੂੰ ਕੁਛ ਚਾਹੀਦਾ ਉਦੋਂ ਨਹੀਂ ਸਾਨੂੰ ਪਤਾ ਕਿ ਉਹਦੀ ਜ਼ਿੰਦਗੀ ਦੀਆਂ ਕੀ ਜ਼ਰੂਰਤਾਂ ਆ। ਬਿਲਕੁਲ ਜੀ। ਇਹਦੇ ਵਾਸਤੇ ਚਾਹੀਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਕਿ ਕੋਈ ਨਾ ਕੋਈ ਇੰਸ਼ੋਰੈਂਸ ਇਹੋ ਜਿਹੀ ਘੱਟੋ ਘੱਟ ਬਣਾਵੇ ਕਿ ਚਲੋ ਠੀਕ ਹੈ ਨਾ, ਉਹਨਾਂ ਦਾ ਤੋਰੀ ਫੁਰਕਾ ਤੇ ਕਿਸੇ ਤਰੀਕੇ ਚੱਲ ਜਾਣਾ ਆ, ਪਰ ਜੇ ਕਿਤੇ ਕੋਈ ਬਿਮਾਰੀ ਉਹਨਾਂ ਨੂੰ ਸੇੜ ਆ ਜਾਂਦੀ ਹੈ ਉਹਨਾਂ ਦੇ ਉੱਤੇ ਤੇ ਉਹ ਘੱਟੋ ਘੱਟ ਇਲਾਜ ਤੇ ਆਪਣਾ ਸਹੀ ਤਰੀਕੇ ਨਾਲ ਕਰਾ ਸਕਣ ਨਾ। ਕੁਛ ਇਦਾਂ ਦਾ ਤੇ ਹੋਵੇ ਕਿ ਹਾਂਜੀ ਕੋਈ ਜਿਵੇਂ ਚੱਲਦੀਆਂ ਨੇ ਸਿਹਤ ਬੀਮਾ ਯੋਜਨਾਵਾਂ, ਇਦਾਂ ਦਾ ਕਿਸੇ ਨਾ ਕਿਸੇ ਵਿੱਚ ਉਹਨਾਂ ਨੂੰ ਵੀ ਕੰਸੀਡਰ ਕਰਨਾ ਚਾਹੀਦਾ ਹੈ, ਸਜਿੰਦਿਆਂ ਨੂੰ ਵੀ ਕੰਸੀਡਰ ਕਰਨਾ ਚਾਹੀਦਾ। ਉਸ ਜਿੱਦੇ ਇਕੱਲੇ ਉਹ ਫਿਰ ਸਰਟੀਫਾਈਡ ਨਹੀਂ ਹੋਣੇ ਚਾਹੀਦੇ, ਸਰਟੀਫਿਕੇਸ਼ਨ ਵਾਸਤੇ ਵੀ ਕੋਈ ਨਾ ਕੋਈ ਬਾਡੀ ਹੋਵੇ, ਕਲਚਰਲ ਡਿਪਾਰਟਮੈਂਟ ਆ, ਉਹਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹੋਣਾ ਚਾਹੀਦਾ ਕਿ ਹਾਂ ਜਿਹੜਾ ਸਰਟੀਫਾਈਡ ਕਰਕੇ ਹਾਂ ਵੀ ਇਹ ਬੰਦਾ ਸਹੀ ਹੈ, ਇਹਨੂੰ ਸਰਟੀਫਾਈਡ ਕਰਦੇ ਆ, ਇਹਨੂੰ ਅਸੀਂ ਇੰਨੇ ਦੀ ਪੈਨਸ਼ਨ ਲਾਉਂਦੇ ਜਾਂ ਇਹਨੂੰ ਇਹ ਵਾਲਾ ਇਹਦਾ ਬੀਮਾ ਜਿਹੜਾ ਆ ਉਹ ਕਿਸੇ ਵੀ ਸਰਕਾਰੀ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਵਾ ਸਕੇ। ਇਦਾਂ ਦੀ ਕੋਈ ਚੀਜ਼ ਆਉਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਤਾਂ ਦਿਨ ਹੀ ਹੁੰਦੇ ਆ, ਕਦੇ ਯੂਥ ਫੈਸਟੀਵਲ ਦੇ ਦਿਨਾਂ 'ਚ ਹੋ ਗਏ, ਕਦੇ ਵਿਆਹ ਦੇ ਦਿਨਾਂ 'ਚ ਹੋ ਗਏ, ਕਦੇ ਇਹਨਾਂ ਦਿਨਾਂ 'ਚ ਹੋ ਗਏ। ਹੁਣ ਉਹ ਗੱਲਾਂ ਤੇ ਰਹੀਆਂ ਨੇ ਕਿ ਢੋਲ ਵੱਜੇਗਾ ਤੇ ਵਾਢੀ ਹੋਏਗੀ, ਨਹੀਂ, ਕੰਬਾਈਨਾਂ ਨਾਲ ਵਾਢੀ ਹੋ ਜਾਣੀ ਆ, ਢੋਲੀ ਤੇ ਵਿਚਾਰਾ ਬੈਠਾ ਰਹਿ ਜਾਣਾ। ਬਿਲਕੁਲ ਸਹੀ ਗੱਲ ਆ। ਇਹ ਬੜਾ ਡੂੰਘਾ ਜਿਹਾ ਵਿਸ਼ਾ ਆ ਉੱਦਾਂ, ਜਿਹਦੇ ਤੇ ਗੰਭੀਰਤਾ ਦੇ ਨਾਲ ਸੋਚਿਆ ਜਾਵੇ ਨਾ, ਅਸੀਂ ਇਹਨਾਂ ਗੱਲਾਂ ਨੂੰ ਸੋਚਦੇ ਨਹੀਂ ਹੈਗੇ। ਹੁਣ ਸੋਚਣ ਦੀ ਗੱਲ ਇਹ ਆ ਕਿ ਲੋਕ ਨਾਚ ਜਿਹੜੇ ਆ, ਸਾਨੂੰ ਇੱਦਾਂ ਲੱਗਦਾ ਸਟੇਜ ਦੇ ਉੱਤੇ ਦੇਖ ਕੇ, ਮੈਂ ਅਕਸਰ ਇਹ ਗੱਲ ਜਿਹੜੇ ਵੀ ਲੋਕ ਇਹਨਾਂ ਕਿੱਤਿਆਂ ਨਾਲ ਜੁੜੇ ਹੋਏ, ਮੈਂ ਅਕਸਰ ਉਹਨਾਂ ਨਾਲ ਇਹ ਗੱਲ ਸਾਂਝ ਪਾਉਂਦੀ ਹੁੰਦੀ ਆ ਕਿ ਸਟੇਜ ਦੇ ਉੱਤੇ 15 ਜਾਣੇ ਚਾਹੀਦੇ ਆ, 10 ਤੋਂ 12 ਮਿੰਟ ਦੇ ਵਿੱਚ ਹੀ ਉਹ ਨੱਚਣ, ਠੀਕ ਆ। ਉਹਨਾਂ ਦੇ ਜਿੱਦਾਂ 2 ਜਾਣਿਆਂ ਦੇ ਲਾਲ ਚਾਦਰੇ ਹੋਣ, 2 ਜਾਣਿਆਂ ਦੇ ਹਰੇ ਘੱਗਰੇ ਹੋਣ, ਸਾਰਾ ਕੁਝ ਨੱਪ ਕੇ ਐਨ ਸਵਾਰ ਕੇ ਉਹਨੂੰ ਸਟੇਜ ਤੇ ਚੜਾਉਂਦੇ ਆਪਾਂ ਜਦੋਂ ਯੂਥ ਫੈਸਟੀਵਲ ਹੁੰਦੇ। ਸੱਚੀ ਦੀ ਦੁਨੀਆ ਦੇ ਵਿੱਚ ਹੁਣ ਮੈਂ ਕਿਤੇ ਵਿਆਹ ਜਾਂਦੀ ਹਾਂ ਜਾਂ ਸਾਡੇ ਬਜ਼ੁਰਗ ਵਿਆਹਾਂ ਸ਼ਾਦੀਆਂ ਤੇ ਜਾਂਦੇ ਸੀ, ਉਹ ਥੋੜੀ ਇਦਾਂ ਕਰਦੇ ਹੋਗੇ ਵੀ ਲੈ ਵੀ ਆਪਾਂ ਇਦਾਂ ਦੇ ਬਣ ਕੇ ਆਉਣਾ, ਆਪਾਂ 12 ਜਾਣਿਆਂ ਨੇ ਭੰਗੜਾ ਪਾਉਣਾ।
ਉਹ ਤਾਂ ਖੁੱਲਾ ਨੱਚਦੇ ਸੀ, ਖਿੱਲ ਕੇ ਨੱਚਦੇ ਸੀ। ਬਿਲਕੁਲ। ਇਹ ਕਿਉਂ ਚੀਜ਼ ਇਦਾਂ ਕਰ ਦਿੱਤੀ ਗਈ ਕਿ 12 ਜਾਣੇ ਹੀ ਹੋਣੇ ਚਾਹੀਦੇ ਆ? ਦੇਖੋ ਸਟੇਜੀਕਰਨ ਜਦੋਂ ਕਿਸੇ ਚੀਜ਼ ਦਾ ਹੋਣਾ ਨਾ ਪਰਫਾਰਮੈਂਸ ਵਾਸਤੇ, ਉਹ ਚੀਜ਼ਾਂ ਨੂੰ ਆਪਾਂ ਨੂੰ ਬੰਨਣਾ ਤੇ ਪੈਣਾ ਹੀ ਸੀ। ਹੁਣ ਆਪਾਂ ਮਹੱਲਿਆਂ 'ਚ ਖੇਡਦੇ ਆ, ਕ੍ਰਿਕਟ ਖੇਡਦੇ, ਗਲੀ ਕ੍ਰਿਕਟ ਚੱਲਦਾ ਹੈਗਾ, ਜਿੰਨੇ ਮਰਜ਼ੀ ਓਵਰਾਂ ਦਾ ਮੈਚ ਹੋਵੇ, ਜਿੰਨੇ ਮਰਜ਼ੀ ਖਿਡਾਰੀ ਹੋਣ ਉਹਦੇ ਵਿੱਚ, ਪਰ ਜਦੋਂ ਉਹੀ ਚੀਜ਼ ਸਟੇਡੀਅਮ ਦੇ ਵਿੱਚ ਹੁੰਦੀ ਹੈਗੀ ਹੈ, ਉਹਦੇ ਜਿਹੜੇ ਰੂਲਸ ਔਰ ਰੈਗੂਲੇਸ਼ਨ ਨੇ ਉਹ ਬੰਨ੍ਹਤੇ ਜਾਂਦੇ ਨੇ, ਜਿਹੜੇ ਉਹਦੇ ਪਲੇਅਰਸ ਨੇ ਉਹ ਬੰਨ੍ਹਤੇ ਜਾਂਦੇ ਨੇ, ਕਿੰਨੇ ਓਵਰਸ ਦਾ ਹੋਏਗਾ ਉਹ ਬੰਨ੍ਹਤਾ ਜਾਂਦਾ। ਇਸੇ ਤਰੀਕੇ ਨਾਲ ਜਦੋਂ ਕਿਤੇ ਸਟੇਜ ਦੇ ਉੱਤੇ ਪਰਫਾਰਮੈਂਸ ਕਰਨ ਦੀ ਵਾਰੀ ਆਈ, ਜਿੱਦਾਂ ਨੇ ਸਾਡੇ ਸੀਨੀਅਰਸ ਨੇ ਜਦੋਂ ਵੀ ਕਿਤੇ ਰੂਲਸ ਬਣਾਏ, ਉਦੋਂ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਿਆ ਗਿਆ ਕਿ ਹਾਂ ਵੀ ਸਟੇਜ ਉੱਤੇ ਕਿੰਨੇ ਕੁ ਬੰਦਿਆਂ ਦਾ ਜਿਹੜਾ ਡਾਂਸ ਹੈ ਉਹ ਪ੍ਰੈਜ਼ੈਂਟੇਬਲ ਲੱਗੇਗਾ, ਕਿ 10 ਬੰਦੇ ਨੱਚਦੇ ਓਕੇ ਠੀਕ ਹੈ, ਸੋਹਣੇ ਲੱਗਣਗੇ, ਕਿਉਂਕਿ ਐਡੀ ਵੱਡੀ ਸਟੇਜ ਵੀ ਕਿੱਥੋਂ ਲਿਆਂਦੀ ਜਾ ਸਕੇ ਕਿ ਜਿੱਥੇ 15 20 ਬੰਦੇ ਜਾਂ 50 ਬੰਦੇ ਨੱਚਣ ਔਰ ਮੋਰੇ ਆਡੀਅנס ਵੀ ਹੋਵੇ ਉਦਾਂ ਦੀ ਨਾ। ਤੇ ਉਹ ਫਿਰ ਉਹਨੂੰ ਬੰਨਿਆ, ਫਿਰ ਜਦੋਂ ਬੰਨਿਆ ਫਿਰ ਗੱਲ ਆਈ ਉਹਨਾਂ ਦੀ ਕਾਸਟਿਊਮ ਦੀ। ਕਾਸਟਿਊਮ ਦੇ ਵਿੱਚ ਪੁਰਾਣੇ ਸਮੇਂ ਤੋਂ ਹੁਣ ਤੱਕ ਦਾ ਵਿੱਚ ਬਹੁਤ ਫਰਕ ਪਿਆ ਆ। ਗੋਟੇ ਦਾ ਕੰਮ ਪਹਿਲਾਂ ਬਹੁਤ ਹੁੰਦਾ ਸੀ, ਹੁਣ ਹਟ ਗਿਆ ਆ, ਹੁਣ ਹੋਰ ਚੀਜ਼ਾਂ ਚੱਲ ਪਈਆਂ ਨੇ। ਪਹਿਲਾਂ ਕੈਂਠਾ ਪੈਂਦਾ ਸੀ, ਪਹਿਲਾਂ ਹੁਣ ਤਵੀ ਨਾਲ ਕੋਈ ਜੁਗਨੀ ਪਾ ਰਿਹਾ ਹੈ, ਫੁੰਮਣ ਬੰਨੇ ਜਾ ਰਹੇ ਨੇ। ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਹੌਲੀ ਹੌਲੀ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ, ਕੋਈ ਪਾਉਂਦਾ ਕੋਈ ਨਹੀਂ ਪਾਉਂਦਾ, ਕੋਈ ਕਮਰ ਕੱਸਾ ਬੰਨਦਾ ਕੋਈ ਨਹੀਂ ਬੰਨਦਾ, ਪਰ ਪੱਗ, ਕੁੜਤਾ, ਜੈਕਟ, ਚਾਦਰਾ ਉਹ ਸਾਰੇ ਮੇਨ ਉਹੀ ਨੇ। ਉਹਦੇ ਵਿੱਚ ਕਿਸੇ ਨੇ ਪ੍ਰਿੰਟਡ ਪਾ ਲਿਆ, ਕਿਸੇ ਨੇ ਪਲੇਨ ਪਾ ਲਿਆ, ਉਹ ਚੀਜ਼ਾਂ ਹੁੰਦੀਆਂ ਰਹੀਆਂ। ਉਹ ਸਾਰਾ ਇਹ ਹੈ ਕਿ ਜਚਣਾ ਸੀ ਕਿਤਨਾ ਸੋਹਣੇ ਲੱਗਣੇ ਚਾਹੀਦੇ, ਔਰ ਪੰਜਾਬੀ ਤਾਂ ਲੱਗਣੇ ਵੀ ਸੋਹਣੇ ਚਾਹੀਦੇ ਆ, ਫੱਬਣੇ ਚਾਹੀਦੇ ਹੋ ਤੁਸੀਂ। ਤੁਸੀਂ ਸਟੇਜ ਦੇ ਉੱਤੇ ਹੋ, ਤੁਸੀਂ ਸੋਹਣਾ ਨੱਚੋ, ਵਧੀਆ ਪੋਸ਼ਾਕ ਪਾਈ ਹੋਵੇ, ਤੁਸੀਂ ਫੱਬੋਗੇ। ਗੱਲ ਇਹ ਆ ਕਿ ਇਹ ਕੌਣ ਇਹ ਖੋਜ, ਕਿੰਨੇ ਇਹਨਾਂ ਚੀਜ਼ਾਂ ਦੀ ਖੋਜ ਕੀਤੀ ਹੋਊਗੀ ਕਿ ਲੁੱਡੀ ਦੇ ਵਿੱਚ 2 ਸ਼ਮਲੇ ਹੋ ਸਕਦੇ ਆ, ਭੰਗੜੇ 'ਚ ਇੱਕੋ ਹੀ ਹੋ ਸਕਦਾ। ਜਿਹੜਾ ਕੈਂਠਾ ਆ ਉਹ ਤਾਂ ਮਤਲਬ ਕਿ ਭੰਗੜੇ 'ਚ ਹੋਣਾ ਹੀ ਚਾਹੀਦਾ, ਲੁੱਡੀ 'ਚ ਚਾਹੇ ਹੋਵੇ ਨਾ ਹੋਵੇ। ਸੋ ਇਦਾਂ ਦੇ ਫੁੱਲਾਂ ਵਾਲੇ ਚਾਦਰੇ ਤਾਂ ਜੀ ਜਿਹੜੇ ਹੈਗੇ ਆ ਉਹ ਤਾਂ ਹੋਣੇ ਚਾਹੀਦੇ ਮਲਵਈ ਗਿੱਧੇ 'ਚ, ਭੰਗੜੇ 'ਚ ਫੁੱਲਾਂ ਵਾਲੇ ਚਾਦਰੇ ਨਹੀਂ ਹੋਣੇ ਚਾਹੀਦੇ। ਇਹ ਰੂਲਸ ਐਂਡ ਰੈਗੂਲੇਸ਼ਨਸ ਕਦੋਂ ਸਾਡੇ ਸਾਹਮਣੇ ਆਉਣ ਲੱਗੀਆਂ? ਇਹ ਚੀਜ਼ਾਂ ਸਾਹਮਣੇ ਖੋਜ ਦੇ ਨਾਲ ਹੀ ਆਉਂਦੀਆਂ ਨੇ। ਜਿਵੇਂ ਕਿਸੇ ਨੇ ਸਭ ਤੋਂ ਪਹਿਲਾਂ ਜਦੋਂ ਲੁੱਡੀ ਪਾਈ, ਸਟੇਜ ਦੇ ਉੱਤੇ ਸਟੇਜੀਕਰਨ ਕਰਨ ਬਾਰੇ ਸੋਚਿਆ, ਜਦੋਂ ਕਿਤੇ ਉਹ ਜਿਹੜੇ ਪੁਰਾਣੇ ਬੰਦੇ ਨੱਚਦੇ ਸੀ ਉਹਨਾਂ ਨਾਲ ਬੈਠੇ, ਤੇ ਆਪਾਂ ਉਹਨਾਂ ਨੂੰ ਇਹ ਪੁੱਛਦੇ ਕਿ ਹਾਂਜੀ ਜੀ ਕਿੱਦਾਂ ਪੈਂਦੀ ਸੀ ਸਭ ਤੋਂ ਪਹਿਲਾਂ, ਕਿ ਨੱਚਦੇ ਕਿਸ ਤਰ੍ਹਾਂ ਸੀਗੇ, ਕਿਹੜੇ ਇਨਸਟਰੂਮੈਂਟਸ ਹੁੰਦੇ ਸੀਗੇ, ਕੀ ਗਾਇਆ ਜਾਂਦਾ ਸੀ, ਫਿਰ ਕੀ ਪਾਇਆ ਜਾਂਦਾ ਸੀ, ਇਹ ਸਾਰੀ ਚੀਜ਼ਾਂ ਅਸੀਂ ਪੁੱਛਦੇ ਹਾਂ। ਤੇ ਉਹਨੇ ਜਿਵੇਂ ਅਸੀਂ ਕਿਸੇ ਬਜ਼ੁਰਗ ਨੂੰ ਪੁੱਛਿਆ ਤੇ ਉਹਨੇ ਦੱਸਿਆ ਕਿ ਹਾਂਜੀ ਜੀ ਕਿ ਅਸੀਂ ਆਹ ਚੀਜ਼ ਪਾ ਕੇ ਨੱਚਦੇ ਸੀ, ਸਾਡਾ ਢੋਲੀ ਐਦਾਂ ਦੀ ਰਿਦਮ ਵਜਾਉਂਦਾ ਸੀ, ਤੇ ਐਦਾਂ ਦਾ ਕੁਝ ਸਾਡੇ ਨਾਲ ਮੁੰਡਾ ਹੁੰਦਾ ਸੀ, ਉਹ ਗਾਉਂਦਾ ਹੁੰਦਾ ਸੀ, ਤੇ ਅਸੀਂ ਇਸ ਤਰ੍ਹਾਂ ਨੱਚਦੇ। ਉਹ ਸਾਰੀਆਂ ਚੀਜ਼ਾਂ ਜੁੜ ਗਈਆਂ। ਫਿਰ ਜਦੋਂ ਉਹ ਚੀਜ਼ਾਂ ਜੁੜੀਆਂ ਫਿਰ ਉਹ ਸਟੇਜ ਦੇ ਉੱਤੇ ਆਈਆਂ। ਤੇ ਇਹਨਾਂ ਚੀਜ਼ਾਂ ਦੇ ਪਿੱਛੇ ਰਿਸਰਚ ਹੀ ਹੈ ਕਿ ਹਾਂਜੀ ਜੀ ਕਿ ਤੁਸੀਂ ਜੋ ਸਟੇਜ ਦੇ ਉੱਤੇ ਚੀਜ਼ ਲੈ ਕੇ ਆਉਣੀ ਹੈ, ਤਾਂ ਕਿ ਕੋਈ ਨਾ ਕੋਈ ਜਦੋਂ ਇੱਕ ਤੇ ਜਚੇ ਵੀ ਤੇ ਦੂਜਾ ਕੋਈ ਉੱਤੇ ਉਂਗਲ ਨਾ ਧਰੇ ਕਿ ਹਾਂ ਵੀ ਇਹ ਤੇ ਗਲਤ ਆ। ਬਾਕੀ ਪੱਗ ਦੀ ਕੀ ਤੁਸੀਂ ਗੱਲ ਕਰਦੇ ਹੋ, ਪੁਰਾਣੇ ਸਮੇਂ ਦੇ ਤੁਸੀਂ ਜੇ ਭੰਗੜੇ ਦੀ ਦਸਤਾਰ ਜਿਹੜੀ ਹੈ ਪੱਗ ਵਹਿੰਦੇ ਜੇ, ਤੇ ਉਹਦੇ ਲੜ ਲਮਕਵੇਂ ਹੁੰਦੇ ਸੀਗੇ। ਉਹ ਹੌਲੀ ਹੌਲੀ ਸਿਰ ਦੇ ਉੱਤੇ ਸ਼ਮਲਾ ਆ ਗਿਆ, ਸੋਹਣਾ ਲੱਗਣ ਲੱਗ ਪਿਆ, ਤੁਹਾਡੀ ਹਾਈਟ ਨੂੰ ਹੋਰ ਇਨਕਰੀਜ਼ ਕਰਨ ਲੱਗ ਪਿਆ ਉਹ। ਤੇ ਉਹ ਇਸ ਕਰਕੇ ਚੀਜ਼ਾਂ ਜਿਹੜੀਆਂ ਜਚਣ ਲੱਗ ਪਈਆਂ ਉਹ ਫਿਰ ਲੋਕਾਂ ਨੇ ਐਕਸੈਪਟ ਕਰ ਲਈਆਂ। ਨਾ ਇਹ ਤਾਂ ਗੱਲ, ਇਹ ਪੁਆਇੰਟ ਹੈ। ਮੈਂ ਵੈਸੇ ਕਦੇ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਕਿ ਸ਼ਮਲੇ ਨਾਲ ਬੰਦਾ ਹੋਰ ਲੰਬਾ ਲੱਗਦਾ ਔਰ ਲੰਬੇ ਬੰਦੇ ਸਟੇਜ ਤੇ ਜਾ ਸਕਦੇ। ਸਟੇਜ ਦੇ ਉੱਤੇ ਹੁਣ ਸਮਝੋ 2 ਜਾਣੇ ਨੱਚਦੇ ਪਏ ਨੇ ਕਾਲੀ ਵਰਦੀ ਵਿੱਚ, ਵਧੀਆ ਡਾਂਸਰਸ ਨੇ, ਇੱਕ ਦੀ ਹਾਈਟ ਹੈ 5 ਫੁੱਟ 6-7 ਇੰਚ, ਇੱਕ 6 ਫੁੱਟ ਦੇ ਲਾਗੇ ਜਾਗੇ ਹੈ, ਉਹ ਲਗਭਗ 3-4 ਇੰਚ ਦਾ ਗੈਪ ਹੈ। ਹੁਣ ਉਹ ਸਿਮੈਟਰੀ 'ਚ ਹੋਣਗੇ ਤੇ ਸੋਹਣੇ ਲੱਗਣਗੇ। ਉਹ ਜਦੋਂ ਉਹਨੂੰ ਸ਼ਮਲੇ ਨਾਲ ਉਹਦਾ ਥੋੜਾ ਵਧਾ ਕੇ ਉਹਨੂੰ ਬਰਾਬਰ ਕਰ ਦਿੱਤਾ ਆਪਾਂ, ਉਹ ਕੁਛ ਨਾ ਕੁਛ ਹੋ ਸਕਦਾ ਇਹਦੇ ਪਿੱਛੇ ਇਹੀ ਲੌਜਿਕ ਹੋਵੇ। ਹੋ ਸਕਦਾ ਕਿ ਇਹਦੇ ਵਿੱਚ ਜਦੋਂ ਦੀ ਕਾਢ ਹੋਈ ਕਿ ਲੋੜ ਕਾਢ ਦੀ ਮਾਂ ਆ, ਤੇ ਉਹ ਕਾਢ ਜਿਹੜੀ ਇਸ ਤਰੀਕੇ ਨਿਕਲੀ। ਮੈਂ ਇੱਕ ਗੱਲ ਦੇਖੀ, ਭੰਗੜੇ ਦੇ ਤੁਸੀਂ ਮਾਹਿਰ ਆ ਹਨਾ, ਤੁਸੀਂ ਬਹੁਤ ਸਾਰੀਆਂ, ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿੰਦੀ ਹਾਂ ਕਿ ਯੂਥ ਫੈਸਟੀਵਲ 'ਚ ਬਹੁਤ ਟੀਮਾਂ ਤੁਸੀਂ ਭੰਗੜੇ ਦੀਆਂ ਹਰੇਕ ਸਾਲ ਤਿਆਰ ਕਰਾਉਂਦੇ ਹੋ, ਔਰ ਜਿੱਥੋਂ ਤੱਕ ਮੇਰੀ ਜਾਣਕਾਰੀ ਆ ਕਿ ਹਮੇਸ਼ਾ ਤੁਹਾਡੀ ਟੀਮ ਦਾ ਪ੍ਰਾਈਜ਼ ਆਉਂਦਾ ਹੀ ਆਉਂਦਾ ਹਨਾ। ਕੋਈ ਗੱਲ ਨਹੀਂ। ਚਲੋ ਜੇ ਕਦੀ ਵਾਰੀ ਨਹੀਂ ਵੀ ਆਇਆ, ਬਾਅਦ ਦੀਆਂ ਗੱਲਾਂ। ਦੇਖੋ ਆਪਾਂ ਜਦੋਂ ਕਿਤੇ ਕਾਲਜ ਵਿੱਚ ਮੈਨੂੰ ਬੁਲਾਇਆ ਜਾਂਦਾ, ਮੈਂ ਇੱਕੋ ਕਾਲਜ ਨਾਲ ਜੁੜਿਆ ਹੋਇਆ ਹਾਂ ਡੀਵੀ ਕਾਲਜ ਜਲੰਧਰ ਦੇ ਨਾਲ, ਤੇ ਉੱਥੇ ਜਾਈਦਾ ਸਿਰਫ ਇਸ ਕਰਕੇ ਹੈ ਕਿ ਮੈਂ ਆਪ ਉੱਥੋਂ ਦਾ ਪ੍ਰੋਡਕਟ ਹਾਂ। ਉੱਥੋਂ ਦੇ ਜਿਹੜੇ ਵਿਦਿਆਰਥੀ ਨੇ, ਜਿਹੜੇ ਮੇਰੇ ਛੋਟੇ ਵੀਰ ਨੇ, ਉਹ ਵੱਡੇ ਭਰਾਵਾਂ ਵਰਗਾ ਮਾਣ ਦਿੰਦੇ ਨੇ, ਸਿਰਫ ਇਸ ਕਰਕੇ। ਹੋਰ ਕਿ ਹਾਂਜੀ ਜੀ ਕਿ ਮੈਂ ਫੈਸਟੀਵਲ ਦੇ ਵਿੱਚ ਤਿਆਰੀ ਕਰਾਉਂਗਾ ਤਾਂ ਟੀਮ ਜਿੱਤੂਗੀ, ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਅੱਛਾ, ਇਹ ਤੁਸੀਂ ਹਾਰ ਜਿੱਤ ਇੱਕ ਪਾਸੇ ਆ, ਆਰਟਿਸਟ ਹੋਣਾ ਬਹੁਤ ਵੱਡੀ ਚੀਜ਼ ਹੈ। ਹਾਂ, ਮੈਂ ਇਹ ਚੀਜ਼ ਜ਼ਰੂਰ ਛਾਤੀ ਠੋਕ ਕੇ ਕਹਿ ਸਕਦਾ ਕਿ ਜੇ ਬੱਚੇ ਨੂੰ ਕੋਈ ਚੀਜ਼ ਕਰਾਈ ਗਈ ਹੈ ਤੇ ਉਹਨੂੰ ਦਾ ਹਿਸਟੋਰੀਕਲ ਐਸਪੈਕਟ ਜ਼ਰੂਰ ਦੱਸੀਦਾ ਵਾ ਕਿ ਬੇਟਾ ਇਹ ਇਦਾਂ ਸੀ, ਆਪਣੇ ਸੀਨੀਅਰਸ ਇਦਾਂ ਕਰਦੇ ਹੁੰਦੇ ਸੀ, ਇਸ ਤਰ੍ਹਾਂ ਆ, ਤੇ ਤੁਸੀਂ ਇਹਨੂੰ, ਤਾਂ ਕਿ ਕੱਲ ਨੂੰ ਜੇਕਰ ਉਹ ਕਿਤੇ ਜਾ ਕੇ ਇਹ ਚੀਜ਼ ਕਰਾਉਂਦੇ ਨੇ ਤੇ ਗਲਤ ਚੀਜ਼ ਕਿਸੇ ਹੋਰ ਕੋ ਨਾ ਜਾਵੇ। ਅਗਲੇ ਨੇ ਕਹਿਣਾ ਕਿ ਹਾਂ ਯਾਰ, ਕਿਉਂਕਿ ਦੇਖੋ
ਆਪਾਂ ਛੋਟੇ ਬੱਚੇ, ਮੇਰੇ ਵੀ ਬੱਚੇ ਨੇ ਸਕੂਲ ਪੜ੍ਹਦੇ ਨੇ, ਉਹ ਸਾਡੀ ਗੱਲ ਨੂੰ ਭਾਵੇਂ ਮੁਨਕਰ ਹੋ ਜਾਣਗੇ, ਜੇ ਉਹਨਾਂ ਦੇ ਟੀਚਰ ਨੇ ਕੋਈ ਗੱਲ ਕਹੀ ਹੋਏਗੀ ਨਾ, ਉਹ ਉਹਨੂੰ ਜਿੱਦਾਂ ਉਹਨੇ ਕਹਿਤਾ ਉਹਨੇ ਉਦਾਂ ਨਿਭਾਉਣਾ ਹੈ। ਬਿਲਕੁਲ, ਨਿਆਣੇ ਗੇਟ ਤੇ ਰੌਲਾ ਪਾਉਂਦੇ ਹੁੰਦੇ, ਅੱਜ ਮੈਡਮ ਨੇ ਸਾਨੂੰ ਆਹ ਦੱਸਿਆ, ਮੈਡਮ ਨੇ ਸਾਨੂੰ ਆਹ ਦੱਸਿਆ, ਤੇ ਉਹ ਚੀਜ਼ ਜੇਕਰ ਬੱਚੇ ਨੂੰ ਆਪਾਂ ਗਲਤ ਦੇ ਦਾਂਗੇ, ਉਹਨੇ ਗਲਤੀ ਅੱਗੇ ਲੈ ਜਾਣੀ ਹੈ। ਤੇ ਕੋਸ਼ਿਸ਼ ਕਰੀਏ, ਜਿੱਤ ਹਾਰ ਵੱਖਰੀ ਚੀਜ਼ ਹੈ, ਕਿਉਂਕਿ ਜਿੱਤਾਂ ਭਾਵੇਂ ਮੈਂ ਜਿੱਤੇ, ਭਾਵੇਂ ਕੋਈ ਮੇਰਾ ਹੋਰ ਕੋਈ ਜਿਹੜਾ ਸਾਹਮਣੇ ਆਇਆ ਕਾਲਜ, ਪਰ ਜਿੱਦਾਂ ਤੇ ਭੰਗੜਾ ਹੀ ਪਿਆ ਨਾ, ਜਿੱਦਾਂ ਤੇ ਭੰਗੜਾ ਹੀ ਪਿਆ ਨਾ, ਉਹ ਚੰਗਾ ਨੱਚੇ ਜਿੱਤ ਗਏ, ਕੋਈ ਚੱਕਰ ਨਹੀਂਗਾ। ਅੱਛਾ, ਇੱਕ ਗੱਲ ਕਿਉਂ ਹੁੰਦੀ ਕਿ ਭੰਗੜੇ ਦੇ ਵਿੱਚ ਹਮੇਸ਼ਾ ਸੱਜਾ ਸਟੈਪ ਹੀ ਮੋਰੇ ਕਿਉਂ ਹੁੰਦਾ? ਨਹੀਂ, ਖੱਬਾ। ਖੱਬਾ ਦੇਖੋ, ਮੈਨੂੰ ਹੀ ਨਹੀਂ ਪਤਾ ਖੱਬਾ ਹੀ ਕਿਉਂ ਮੋਰੇ ਹੁੰਦਾ। ਇਹਦੀ ਕੰਪੋਜੀਸ਼ਨ ਬਣਾਉਣ ਵੇਲੇ ਜਦੋਂ ਸਾਨੂੰ ਸਿਖਾਇਆ ਵੀ ਗਿਆ, ਖੱਬਾ ਹੀ ਰਖਾਇਆ ਗਿਆ ਅੱਗੇ, ਕਿਉਂਕਿ ਆਪਾਂ ਜਦੋਂ ਵੀ ਕਿਤੇ ਵੈਸੇ ਵੀ ਸੁਣਦੇ ਹੈਗੇ ਤੇ ਪਰੇਡ ਵੀ ਕਰਾਉਂਦੇ ਤੇ ਲੈਫਟ ਰਾਈਟ ਰਾਈਟ ਲੈਫਟ ਨਹੀਂ ਕਹਿੰਦੇ। ਦੂਜੀ ਗੱਲ ਇਹ ਕਿ ਜਦੋਂ ਆਪਾਂ ਇੱਕ ਸਟੈਪ ਤੋਂ ਦੂਜੇ ਸਟੈਪ ਤੇ ਚੇਂਜ ਓਵਰ ਕਰਨਾ ਆ, ਜੇ ਅਸੀਂ ਉਹਦੇ ਵਿੱਚ ਪੈਰ ਪੁੱਠੇ ਸਿੱਧੇ ਕਰ ਦਾਂਗੇ ਤੇ ਉਹ ਸਾਡਾ ਬੈਲੈਂਸ ਵਿਗੜੇਗਾ। ਅੱਛਾ, ਜੋ ਮੈਂ ਦੂਜੇ ਪੈਰ, ਮੈਂ ਖੱਬੇ ਤੋਂ ਸ਼ੁਰੂ ਹੋਇਆ 1, ਦੂਜਾ 2 ਤੇ ਰਾਈਟ ਆਇਆ, ਫਿਰ ਜਦੋਂ ਮੈਂ ਚੇਂਜ ਕਰਨਾ ਤੇ ਮੇਰਾ ਲੈਫਟ ਹੀ ਆਊਗਾ ਨਾ ਅੱਗੇ, ਮੈਂ ਰਾਈਟ ਦੇ ਉੱਤੇ ਤੇ ਨਹੀਂ ਚੇਂਜ ਹੋ ਸਕਦਾ ਨਾ। ਇੱਕ ਇਹ ਚੀਜ਼ ਉਤੋਂ ਬਾਅਦ ਜਿਹੜੀ ਚੀਜ਼ ਮੈਨੂੰ ਇੱਕ ਹੋਰ ਲੱਗਦੀ ਹੈ ਕਿ ਜਦੋਂ ਤੁਸੀਂ ਸਟੇਜ ਦੇ ਉੱਤੇ ਕੋਈ ਚੀਜ਼ ਲੈ ਕੇ ਆਉਣੀ ਹੈ, ਮੈਂ ਸਟੇਜੀਕਰਨ ਦੀ ਫਿਰ ਦੁਬਾਰਾ ਗੱਲ ਕਰਾਂਗਾ ਕਿ ਸਟੇਜ ਦੇ ਉੱਤੇ ਕੋਈ ਚੀਜ਼ ਲੈ ਕੇ ਆਉਣੀ, ਯੂਨੀਫਾਰਮਿਟੀ ਲੈ ਕੇ ਆਉਣੀ ਹੈਗੀ ਹੈ, ਤੇ ਤੁਹਾਨੂੰ ਕਿਤੇ ਨਾ ਕਿਤੇ ਇੱਕ ਲੈਵਲ ਤੇ ਆ ਕੇ, ਇੱਕ ਜਗ੍ਹਾ ਤੇ ਆ ਕੇ ਤੁਹਾਨੂੰ ਇਹ ਚੀਜ਼ ਨੂੰ ਡਿਸਾਈਡ ਕਰਨਾ ਹੀ ਪੈਣਾ ਕਿ ਤੇਰਾ ਕਿਹੜਾ ਪੈਰ ਤੋਂ ਸ਼ੁਰੂ ਕਰਨਾ ਹੈ ਆਪਾਂ, ਤੇ ਹੱਥ ਸਾਡੇ ਕਿੱਥੇ ਚਾਹੀਦੇ ਨੇ, ਇਹ ਚੀਜ਼ਾਂ ਡਿਸਾਈਡ ਕਰਨੀਆਂ ਹੀ ਪੈਣੀਆਂ ਨੇ। ਹਾਂ, ਜਦੋਂ ਕਿਤੇ ਮੇਲਿਆਂ ਮੁਸਾਬਿਆਂ ਤੇ ਨੱਚਦੇ ਹੋਣਗੇ ਸਾਡੇ ਪੂਰਵਜ, ਤੇ ਉਹ ਕਿਸੇ ਨੂੰ ਇਹ ਥੋੜਾ ਪੁੱਛਦੇ ਹੋਣਗੇ ਮੈਂ ਖੱਬਾ ਚੱਕਾਂਗੇ ਸੱਜਾ ਚੱਕਾਂਗੇ। ਬਿਲਕੁਲ ਬਿਲਕੁਲ ਨਹੀਂ, ਠੀਕ ਹੈ ਤੁਹਾਡੀ ਗੱਲ। ਹੁਣ ਨਾ ਮੈਂ ਗੱਲ ਤੇ ਆ ਕਿ ਸਹੀ ਹੈ, ਹੁਣ ਮੈਨੂੰ ਤੁਸੀਂ ਦੱਸਣਾ ਆ ਜੀ। ਮੈਨੂੰ ਇੱਦਾਂ ਲੱਗਦਾ ਹੁੰਦਾ ਯੂਥ ਫੈਸਟੀਵਲਸ ਦੇ ਦੌਰਾਨ ਪਰਫਾਰਮੈਂਸ ਉਹੀ ਆ, ਬੱਚੇ ਉਹੀ ਆ, ਮੋਰਲੇ ਜੱਜ ਬਦਲ ਦਿਓ, ਆਪਣੇ ਖਿੱਤੇ ਦੇ ਹਿਸਾਬ ਦੇ ਨਾਲ, ਖੇਤਰ ਦੇ ਹਿਸਾਬ ਦੇ ਨਾਲ ਰਿਜ਼ਲਟ ਬਦਲ ਜਾਂਦੇ। ਜ਼ਰੂਰੀ ਨਹੀਂ। ਇਹ ਗੱਲ ਉੱਥੇ ਆਉਂਦੀ ਹੈਗੀ ਹੈ ਕਿ ਜਿੱਥੇ ਆਪਾਂ ਕਿਸੇ ਇੱਦਾਂ ਦੇ ਜੱਜ ਨੂੰ ਆਪਾਂ ਓਬਲਾਈਜ਼ ਕਰ ਦਿੰਦੇ ਆ ਕਿ ਜਿਹਨੇ ਆਪ ਇਸ ਚੀਜ਼ ਦੇ ਉੱਤੇ ਕੰਮ ਨਾ ਕੀਤਾ ਹੋਵੇ। ਜਦੋਂ ਨਾਲੇ ਵੈਸੇ ਇਹਦੀ ਇੱਕ ਚੀਜ਼ ਹੋਰ ਵੀ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਚੀਜ਼ ਨੂੰ ਪ੍ਰਫੁੱਲਤ ਕਰਨ ਵਾਸਤੇ ਉਹਦਾ ਇੱਕ ਰੂਲ ਰੈਗੂਲੇਸ਼ਨ ਹੋਣੇ ਬੜੇ ਜ਼ਰੂਰੀ ਨੇ। ਜਿਵੇਂ ਰੂਲ ਬਣਾ ਦਿੱਤੇ ਕਿ ਇਸ ਤਰੀਕੇ ਦੇ ਨਾਲ ਕੰਪੋਜੀਸ਼ਨ ਇਦਾਂ ਦੀ ਹੋਏਗੀ, ਇਹ ਸਟੈਪਸ ਹੋਣਗੇ, ਇਦਾਂ ਦੇ ਰਿਦਮਸ ਵੱਜਣਗੀਆਂ, ਇਦਾਂ ਦੇ ਕਾਸਟਿਊਮ ਹੋਣਗੇ, ਤੇ ਸਾਨੂੰ ਜਜਮੈਂਟ ਦਾ ਵੀ ਕ੍ਰਾਈਟੇਰੀਆ ਕਿਸੇ ਨਾ ਕਿਸੇ ਲੈਵਲ ਦਾ ਇਦਾਂ ਦਾ ਬਣਾਉਣਾ ਚਾਹੀਦਾ ਕਿ ਤਾਂ ਕਿ ਕਦੀ ਕਿਸੇ ਨੂੰ ਇਹ ਨਾ ਲੱਗੇ ਕਿ ਮੇਰੇ ਨਾਲ ਧੱਕਾ ਹੋ ਗਿਆ। ਵਾਹ, ਕੋਈ ਨਾ ਕੋਈ ਇਦਾਂ ਦਾ ਬਣਾਉਣਾ ਚਾਹੀਦਾ ਕਿ ਹਾਂਜੀ ਇਸ ਤਰ੍ਹਾਂ ਦਾ ਹੋਵੇ, ਕੁਝ ਫਰੇਮ ਕਰ ਦੇਣਾ ਚਾਹੀਦਾ ਕਿ ਹਾਂਜੀ ਇਸ ਤਰੀਕੇ ਦੀ ਚੀਜ਼ ਹੋਵੇ। ਮੇਰੇ ਉਸਤਾਦ ਮਰਹੂਮ ਡਾਕਟਰ ਇੰਦਰਜੀਤ ਸਿੰਘ ਹੋਰੀ ਇਸ ਚੀਜ਼ ਬਾਰੇ ਬਹੁਤ ਗੱਲਾਂ ਕਰਦੇ ਹੁੰਦੇ ਸੀ, ਉਹਨਾਂ ਦਾ ਬੜੀ ਇੱਛਾ ਵੀ ਸੀ, ਉਹਨਾਂ ਨੇ ਇੱਕ ਬੁੱਕ ਵੀ ਇਹਦੇ ਉੱਤੇ ਪੇਸ਼ਕਾਰੀ ਦੇ ਉੱਤੇ, ਭੰਗੜੇ ਦੀ ਪੇਸ਼ਕਾਰੀ ਉੱਤੇ ਵੀ ਲਿਖੀ ਵੀ ਕਿ ਲੈ ਦੇ ਕੇ ਗੱਲ ਆ ਜਾਂਦੀ ਹੈ ਰਿਜ਼ਲਟ ਦੀ। ਕਿਉਂਕਿ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਪਿੰਡ ਪੱਧਰ ਉੱਤੇ ਮੁੰਡੇ ਨੱਚਦੇ ਸੀ, ਮੇਲਿਆਂ ਤੇ ਜਾਂਦੇ ਸੀ, ਨਾ ਹੁਣ ਉਹ ਜਿਹੇ ਮੇਲੇ ਨੇ, ਨਾ ਹੀ ਪਿੰਡਾਂ ਦੇ ਵਿੱਚ ਭੰਗੜਾ ਪੈਂਦਾ ਪਿਆ ਸਕੂਲਾਂ ਕਾਲਜਾਂ ਦੇ ਵਿੱਚ। ਉਹ ਸਕੂਲ ਕਾਲਜ ਵਿੱਚ ਭੰਗੜਾ ਉਨੀ ਚਿਰ ਹੀ ਪੈਣਾ ਜਦੋਂ ਤੱਕ ਪ੍ਰਿੰਸੀਪਲਸ ਦਾ ਇੰਟਰਸਟ ਹੋਏਗਾ। ਪ੍ਰਿੰਸੀਪਲਸ ਦਾ ਇੰਟਰਸਟ ਉਦੋਂ ਹੋਏਗਾ ਜਦੋਂ ਟੀਮ ਜਿੱਤੂਗੀ, ਕਿਉਂਕਿ ਬੱਚੇ ਮਿਹਨਤ ਕੀਤੀ, ਸਾਰਿਆਂ ਨੇ ਕੀਤੀ, ਚੰਗਾ ਤੁਸੀਂ ਕੋਚ ਪ੍ਰੋਵਾਈਡ ਕੀਤਾ, ਉਹਨਾਂ ਨੂੰ ਹਰ ਇੱਕ ਚੀਜ਼ ਦੇ ਰਹੇ ਹੋ, ਪਰ ਰਿਜ਼ਲਟ ਦੇ ਵਿੱਚ ਜੇ ਤੁਸੀਂ ਨਹੀਂ ਨਾ ਲੈ ਕੇ ਆਉਂਦੇ, ਤੁਸੀਂ ਅਚੀਵਮੈਂਟ ਤੁਹਾਡੀ ਨਹੀਂ ਗਈ, ਤੇ ਤੁਹਾਨੂੰ ਕਾਲਜ ਵਾਲੇ ਕਹਿਣਗੇ ਨਹੀਂ ਯਾਰ, ਨਹੀਂ ਛੱਡੋ ਪਰੇ, ਆਉਂਦੀ ਨਹੀਂ, ਪਰੇ ਜਾਣਾ ਨਹੀਂ। ਤੁਸੀਂ ਮੇਰੇ ਨਾ ਦਿਲ ਦੀ ਗੱਲ ਕਰ ਦਿੱਤੀ। ਤੁਹਾਨੂੰ ਪਤਾ ਹੈ ਕਿ ਜਿੱਦਾਂ ਮੈਂ ਜਦੋਂ ਸਕੂਲ ਪੜ੍ਹਦੀ ਹੁੰਦੀ ਸੀ, ਜਦੋਂ ਮੈਂ ਕਾਲਜ ਲੈਵਲ ਤੇ ਆਈ, ਉਦੋਂ ਤਾਂ ਸਾਨੂੰ ਪ੍ਰੋਫੈਸ਼ਨਲ ਕੋਚ ਸਿਖਾਉਣ ਲੱਗ ਪਏ ਜੀ। ਪਰ ਜਦੋਂ ਮੈਂ ਸਕੂਲ ਪਰਫਾਰਮ ਕਰਦੀ ਹੁੰਦੀ ਸੀ ਆਪਣੇ ਪੜ੍ਹਾਈ ਦੇ ਦੌਰਾਨ, ਉਦੋਂ ਨਾ ਸਾਨੂੰ ਸਕੂਲ ਦੇ ਟੀਚਰ ਸਿਖਾਉਂਦੇ ਹੁੰਦੇ ਸੀ ਜੀ। ਫਿਰ ਕੀ ਹੋਣ ਲੱਗ ਗਿਆ, ਪ੍ਰੋਫੈਸ਼ਨਲ ਕੋਚਿਸ ਨੇ ਜਗ੍ਹਾ ਲੈ ਲਈ ਜੀ, ਟੀਚਰਸ ਦਾ ਨਹੀਂ ਉਹ ਕੰਮ ਰਹਿ ਗਿਆ। ਜਦੋਂ ਪ੍ਰੋਫੈਸ਼ਨਲ ਕੋਚ ਆ ਕੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪਾਲਿਸ਼ ਕਰਨ ਲੱਗ ਪਏ, ਫਿਰ ਉਹਦੀ ਜਗ੍ਹਾ ਫਸਟ, ਸੈਕਿੰਡ, ਥਰਡ ਨੇ ਲੈ ਲਈ। ਫਿਰ ਉਹ ਗੱਲ ਟਰੋਫੀਆਂ ਤੇ ਪਹੁੰਚ ਗਈ। ਗੱਲ ਹੁਣ ਕੁੱਲ ਮਿਲਾ ਕੇ ਇੱਥੇ ਮੁੱਕਦੀ ਆ ਕਿ ਕਿਹੜੇ ਕਾਲਜ ਦੀ ਝੋਲੀ 'ਚ ਕਿੰਨੀਆਂ ਟਰੋਫੀਆਂ ਗਈਆਂ। ਜੇ ਤਾਂ ਟਰੋਫੀਆਂ ਆਈਆਂ ਤਾਂ ਤੁਹਾਡਾ ਕੋਚ ਵਧੀਆ ਆ, ਨਹੀਂ ਤਾਂ ਵੀ ਕੋਚ ਬਦਲ ਦਿਓ। ਬਿਲਕੁਲ, ਇਹ ਚੀਜ਼ ਹੈਗੀ ਹੈ, ਕਿਉਂਕਿ ਉਹ ਹਰ ਕੋਈ ਦੇਖੋ, ਦੋ ਚੀਜ਼ਾਂ ਹੁੰਦੀਆਂ ਨੇ, ਕੁਝ ਜਿਵੇਂ ਢਾਬੇ ਨੇ, ਉੱਥੇ ਰੋਟੀ ਮਿਲਦੀ ਹੈ, ਢਿੱਡ ਭਰ ਹੁੰਦਾ। ਦੂਜੇ ਭਾਨੇ ਗੁਰੂ ਘਰ ਨੇ, ਪ੍ਰਸ਼ਾਦਾ ਮਿਲਦਾ, ਲੰਗਰ ਮਿਲਦਾ, ਢਿੱਡ ਭਰ ਹੁੰਦਾ। ਦੋਵੇਂ ਚੀਜ਼ਾਂ ਹੁੰਦੀਆਂ ਪਈਆਂ ਨੇ, ਦੋਵਾਂ ਦਾ ਮਨੋਰਥ ਢਿੱਡ ਭਰਨਾ ਹੀ ਹੈ। ਪਰ ਇਹ ਹੈ ਕਿ ਸਾਡੀ ਸੋਚ ਕੀ ਹੈ। ਜੇ ਅਸੀਂ ਇਹ ਸੋਚ ਕੇ ਹੀ ਕਰਾਉਂਦੇ ਪਏ ਹਾਂ ਬੱਚਿਆਂ ਨੂੰ ਕਿ ਹਾਂਜੀ ਜਿੱਤਣ ਜਿੱਤਣ ਜਿੱਤਣ, ਫਿਰ ਅਸੀਂ ਢਾਬੇ ਦੁਆਲੇ ਹੋਏ ਹਾਂ। ਜੇ ਅਸੀਂ ਚਾਹੁੰਦੇ ਕਿ ਬੱਚਿਆਂ ਨੂੰ ਸਹੀ ਚੀਜ਼ ਮਿਲੇ, ਜੇ ਧਰ ਦੀ ਗੱਲ ਵੱਖਰੀ ਹੈ, ਬੱਚੇ ਨੂੰ ਚੀਜ਼ ਸਹੀ ਮਿਲਣੀ ਚਾਹੀਦੀ, ਬੱਚੇ ਨੂੰ ਗਿਆਨ ਸਹੀ ਹੋਣਾ ਚਾਹੀਦਾ ਹੈਗਾ। ਕਿਉਂਕਿ ਮੇਰਾ ਪਰਸਨਲੀ ਜਿਹੜਾ ਮੁੰਡਿਆਂ ਨਾਲੋਂ, ਮੈਂ ਜਦੋਂ ਕਿਸੇ
ਬੱਚੀਆਂ ਨੂੰ ਜਾਂ ਕੁੜੀਆਂ ਨੂੰ ਸਿਖਾਉਣਾ, ਤਾਂ ਮੈਂ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਦਾ ਹੁੰਦਾ ਕਿ ਸਹੀ ਦੱਸਾਂ, ਕਿਉਂਕਿ ਜਿਵੇਂ ਇੱਕ ਅਸੀਂ ਨਿੱਕੇ ਹੁੰਦੇ ਤੋਂ ਸੁਣਦੇ ਆਏ ਆ ਇਹ ਚੀਜ਼ ਕਿ ਜੇ ਕਿਸੇ ਪਰਿਵਾਰ ਦੀ ਮਾਂ ਪੜ੍ਹੀ ਲਿਖੀ ਹੋਏਗੀ ਨਾ, ਜੇ ਮਾਂ ਨੂੰ ਪਤਾ ਆ ਤੇ ਉਹ ਪਰਿਵਾਰ ਪੜ੍ਹਿਆ ਲਿਖਿਆ ਹੋਏਗਾ। ਬਿਲਕੁਲ। ਇਸੇ ਕਰਕੇ ਮੁੰਡਿਆਂ ਨੂੰ ਆਪਣੇ ਲੋਕ ਨਾਚਾਂ ਬਾਰੇ ਪਤਾ ਹੋਣਾ ਜ਼ਰੂਰੀ, ਬਹੁਤ ਵਧੀਆ ਗੱਲ ਹੈਗੀ ਆ, ਬਹੁਤ ਜ਼ਰੂਰੀ ਗੱਲ ਹੈਗੀ। ਪਰ ਜੇ ਕੁੜੀਆਂ ਨੂੰ ਵੀ ਪਤਾ ਆ, ਕੁੜੀਆਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੈਗੀ ਆ, ਤੇ ਇਹ ਸੋਨੇ ਤੇ ਸੁਹਾਗਾ ਆ, ਉਹ ਆਪਣੇ ਬੱਚਿਆਂ ਨੂੰ ਗਾਈਡ ਕਰੇਗੀ ਉਹ। ਤੇ ਉਸੇ ਤਰੀਕੇ ਨਾਲ ਜੇ ਸਾਡਾ ਮਨੋਰਥ ਸਿਰਫ ਜਿੱਤਣਾ ਆ ਤੇ ਠੀਕ ਹੈ, ਜਾਓ। ਮਤਲਬ ਫਿਰ ਅਸੀਂ ਮਸ਼ੀਨ ਬਣਾਉਣ ਡਏ ਆ, ਅਸੀਂ ਲੋਕ ਨਾਚਾਂ ਦੇ ਨਾਲ ਭਾਵਨਾ ਥੋੜੀ ਜੋੜ ਰਹੇ ਬੱਚਿਆਂ ਦੀ। ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਕਹੀ ਕਿ ਭਾਵੇਂ ਮੇਰੀ ਤਿਆਰ ਕਰਾਈ ਟੀਮ ਜਿੱਤੇ, ਭਾਵੇਂ ਤੁਹਾਡੀ ਜਿੱਦਾਂ ਤੇ ਭੰਗੜਾ ਪਿਆ ਨਾ, ਉਸੇ ਤਰੀਕੇ ਨਾਲ ਬੱਚੇ ਦੇ ਵਿੱਚ ਸਪੋਰਟਸਮੈਨ ਸਪਿਰਿਟ ਹੋਣੀ ਬਹੁਤ ਜ਼ਰੂਰੀ ਹੈ। ਕੋਚਿਸ ਬੱਚੇ ਦਿਲ 'ਚ ਚੀਜ਼ ਵਾੜ ਦਿੰਦੇ ਨੇ, ਉਹ ਰਾਈਵਲ ਕਾਲਜ ਹੈ ਉਹਦੇ ਨਾਲ ਬੁਲਾਉਣਾ ਨਹੀਂ, ਉਹ ਦੂਜੇ ਕਾਲਜ ਵਾਲੇ ਆਪਾਂ ਉਹਨਾਂ ਦੀ ਮੰਜੀ ਠੋਕ ਦੇਣੀ ਹੈ। ਇਹ ਜਿਹੜੀ ਚੀਜ਼ਾਂ ਨੇ ਨਾ, ਤੁਸੀਂ ਭੱਬੇ ਤੋਂ ਭੰਗੜਾ, ਭੱਬੇ ਤੋਂ ਭਾਈਚਾਰਾ, ਸਾਡੀ ਭਰਾਤਰੀ ਭਾਵ, ਇਹਨੂੰ ਆਪਾਂ ਖਤਮ ਕਰੀ ਜਾਂਦੇ ਪਏ ਆ। ਜਦੋਂ ਕਿਤੇ ਮੇਲਿਆਂ ਦੇ ਵਿੱਚ ਨੱਚਦਾ ਹੋਊਗਾ ਕੋਈ, ਠੀਕ ਹੈ ਜੀ, ਤੇ ਉਹ ਇਹ ਤੇ ਨਹੀਂ ਸੋਚਦਾ ਹੋਊਗਾ ਨਾ ਕਿ ਹਾਂ ਵੀ ਇਹ ਮੇਰੇ ਪਿੰਡ ਦੇ ਮੁੰਡੇ ਨੱਚਣ ਦੇ, ਮੈਂ ਹੀ ਨੱਚਣਾ ਵਾ। ਇਹ ਨਾ ਮੈਂ ਚੀਜ਼ ਆਪਣੇ ਤੇ ਹੰਡਾਈ, ਸਾਨੂੰ ਵੀ ਇੱਕ ਦੋ ਜਗ੍ਹਾ ਤੇ ਇਦਾਂ ਸਿਖਾਇਆ ਗਿਆ ਕਿ ਫਲਾਨਾ ਕਾਲਜ ਆ ਗਿਆ ਆ, ਉਹਨਾਂ ਦੀ ਟੀਮ ਇਦਾਂ ਦੀ ਆ, ਉਹ ਫਲਾਨਾ। ਤੇ ਮੈਂ ਅਕਸਰ ਸੋਚਣਾ ਜਦੋਂ ਮੇਰੇ ਨਾਲ ਉਹ ਕੁੜੀਆਂ ਮਿਲਦੀਆਂ, ਉਹ ਤਾਂ ਮੇਰੇ ਨਾਲ ਬਹੁਤ ਮੁਹੱਬਤ ਨਾਲ ਮਿਲਦੀਆਂ, ਮੇਰੇ ਦਿਮਾਗ 'ਚ ਉਹਨਾਂ ਦੇ ਪ੍ਰਤੀ ਨਫ਼ਰਤ ਕਿਉਂ ਭਰੀ ਜਾਂਦੀ ਆ। ਫਿਰ ਮੈਂ ਇਸ ਚੀਜ਼ ਤੇ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ ਮੇਰੀ ਹੈਗੀ, ਕਹਿੰਦੇ ਨਾ, ਸੁਣੋ ਸਭ ਦੀ, ਕਰੋ ਦਿਲ ਦੀ, ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਹੋ ਸਕਦੇ ਹੋ। ਹਾਲਾਂਕਿ ਜਿਹਨਾਂ ਤੁਹਾਨੂੰ ਸਿਖਾਉਣ ਵਾਲੇ ਉਹਨਾਂ ਨੇ ਵੀ ਬਹੁਤ ਕੁਝ ਜ਼ਿੰਦਗੀ 'ਚ ਹੰਢਾਇਆ ਹੁੰਦਾ, ਐਵੇਂ ਨਹੀਂ ਤੁਹਾਨੂੰ ਦੱਸਦੇ ਹੁੰਦੇ। ਪਰ ਇਹ ਗੱਲ ਮੈਂ ਸੋਚੀ, ਮੈਂ ਇੱਕ ਦੋ ਜਾਣਿਆਂ ਨੂੰ ਪੁੱਛੀ ਵੀ ਇਹ ਕਿ ਲੋਕ ਨਾਚ ਸਾਨੂੰ ਮਿਲਾਪ ਸਿਖਾਉਂਦੇ ਆ, ਤੇ ਅਸੀਂ ਕਾਲਜ ਦੇ ਨਿਆਣਿਆਂ ਨੂੰ ਲੋਕ ਨਾਚਾਂ ਦੀਆਂ ਟੀਮਾਂ ਦੇ ਵਿੱਚ ਪਾ ਕੇ ਇਹ ਸਿਖਾਈ ਜਾਂਦੇ, ਉਹ ਇਦਾਂ ਆ, ਉਹਨਾਂ ਦੀਆਂ ਛਾਲਾਂ ਉੱਚੀਆਂ ਆ, ਉਹਨਾਂ ਦੀ ਮਹਿੰਦੀ ਗੂੜੀ ਚੜ ਗਈ ਆ। ਦੂਰੋਂ ਹੀ ਹੱਲੇ ਨਾ ਕਾਲਜ ਦੀਆਂ ਬੱਸਾਂ 'ਚੋਂ ਨਿਆਣੇ ਉਤਰਦੇ ਵੀ ਨਹੀਂ ਹੈਗੇ, ਮਹਿੰਦੀ ਚੜ ਗਈ ਉਹਨਾਂ ਦੀ, ਉਹਨਾਂ ਨੇ ਇਦਾਂ ਦੀਆਂ ਬੰਗਾਂ ਪਾਈਆਂ ਆ। ਅਸੀਂ ਇਹ ਦੇਖਣ ਲੱਗ ਪਏ ਉਹਨਾਂ ਨੇ ਕੀ ਕੀਤਾ ਆ। 2 ਮਹੀਨਿਆਂ ਦੀ ਮਿਹਨਤ ਅਸੀਂ 1 ਮਿੰਟ 'ਚ ਦੂਸਰੀ ਟੀਮ ਨੂੰ ਦੇਖ ਕੇ ਆਪਣੀ ਕਿੱਧਰ ਨੂੰ ਸੋਚ ਲੈ ਜਾਂਦੇ ਆ। ਇਹ ਬੱਚਿਆਂ ਤੇ ਮਾਨਸਿਕ ਤੌਰ ਤੇ ਕਿੰਨਾ ਕੁ ਅਸਰ ਪਾਉਂਦਾ? ਬਿਲਕੁਲ ਪਾਉਂਦਾ, ਮਾੜਾ ਹੀ ਪਾਉਂਦਾ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇਕਰ ਤੁਸੀਂ ਟੀਮ ਦੇ ਨਾਲ ਥੱਲੇ ਖੜੇ ਆ, ਦੂਜੀ ਟੀਮ ਉੱਤੋਂ ਨੱਚ ਕੇ ਥੱਲੇ ਉਤਰੀ ਹੈ, ਤੁਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਦੇਣੇ ਕਿ ਬਹੁਤ ਸੋਹਣਾ ਬੱਕਾ ਵੀ, ਬਹੁਤ ਸੋਹਣਾ ਨੱਚੇ ਤੁਸੀਂ। ਜੇ ਤੁਸੀਂ ਉਤਰਦੇ ਪਏ ਹੋ, ਦੂਜੀ ਟੀਮ ਚੜੇਗੀ ਤੇ ਉਹਨੂੰ ਤੁਸੀਂ ਆਲ ਦੀ ਬੈਸਟ ਜ਼ਰੂਰ ਕਹਿਣਾ, ਭਾਵੇਂ ਜਿਹੜਾ ਮਰਜ਼ੀ ਕਾਲਜ ਹੋਵੇ, ਭਾਵੇਂ ਸਾਨੂੰ ਜਾਣਦਾ ਨਹੀਂ ਜਾਣਦਾ, ਕੋਈ ਚੱਕਰ ਨਹੀਂ। ਪਰ ਬੀਇੰਗ ਅ ਆਰਟਿਸਟ ਤੁਸੀਂ ਉਸ ਬੰਦੇ ਉੱਤੇ ਚੰਗੀ ਛਾਪ ਛੱਡ ਕੇ ਜਾਓ। ਹੁਣ ਮੇਰੇ ਜਿਹੜੇ ਛੋਟੇ ਵੀਰ ਨੇ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਰਾਜਨ ਔਜਲਾ ਆ, ਮੁੰਡਾ ਬਲਦੀਪ ਆ, ਦਵਿੰਦਰ ਮਾਨ ਹੈ ਜੋ ਇਸ ਵੇਲੇ ਵੱਖਰੀ ਥਾਂ ਤੇ ਕੰਮ ਕਰਦੇ ਪਏ ਨੇ, ਗੁਰਪ੍ਰੀਤ ਵਿਰਕ ਆ, ਇਹ ਮੇਰੇ ਕੋਲੋਂ ਸਿੱਖੇ ਨੇ, ਠੀਕ ਹੈ ਜੀ। ਪਰ ਦੂਜੇ ਕਾਲਜ ਵਿੱਚ ਇਹਨਾਂ ਨੇ ਤਿਆਰੀਆਂ ਵੀ ਕਰਾਈਆਂ, ਪਰ ਕਦੀ ਇਹ ਚੀਜ਼ ਨਹੀਂ ਇਹਨਾਂ ਦੇ ਦਿਲ ਵਿੱਚ ਆਈ ਕਿ ਹਾਂਜੀ ਕਿ ਭਾਜੀ ਉਧਰ ਨੇ ਜਾਂ ਸਾਡੇ ਵੱਲ ਨਹੀਂ ਗਏ, ਤੇ ਨਾ ਹੀ ਉਹਨਾਂ ਨੇ ਇਹ ਚੀਜ਼ ਆਪਣੇ ਬੱਚਿਆਂ ਨੂੰ ਕਦੀ ਸਿਖਾਈ। ਵੈਰੀ ਨਾਈਸ। ਕਿਉਂਕਿ ਲੈ ਦੇ ਕੇ ਇਹੀ ਹੈ ਕਿ ਆਪਣਾ ਜਿਹੜਾ ਮਕਸਦ ਹੈ ਕਿ ਭੰਗੜਾ ਪ੍ਰਮੋਟ ਹੋਵੇ, ਪੰਜਾਬੀ ਲੋਕ ਨਾਚ ਜਿਹੜੇ ਆ ਉਹ ਪ੍ਰਮੋਟ ਹੋਣ, ਨਾ ਕਿ ਮੈਂ ਕਹਾਂ ਕਿ ਹਾਂਜੀ ਕਿ ਜਿਵੇਂ ਕਿ ਨੀਤੀ ਰਾਜ ਆ ਗਿਆ ਟੀਮ ਲੈ ਕੇ ਤੇ ਟੀਮ ਜਿੱਤ ਜਾਏਗੀ। ਨਹੀਂ, ਮੈਂ ਕਹਾਂ ਨਾ ਟੀਮ ਜਿਤਾਉਣ ਵਾਲਾ। ਬੱਚੇ ਵਧੀਆ ਨੱਚਦੇ ਨੇ, ਬੱਚੇ ਨੱਚਦੇ ਵਧੀਆ ਨੇ, ਜੱਚਦੇ ਨੇ ਜੱਜਾਂ ਨੂੰ, ਟੀਮ ਜਿੱਤਦੀ ਆ ਵਾਹਿਗੁਰੂ ਦੀ ਮਿਹਰ ਕਰਕੇ। ਕਿਉਂਕਿ ਰੱਬ ਤੋਂ ਪਹਿਲਾਂ ਮੇਰੇ ਮੁੰਡੇ ਅੱਜ ਦੀ ਤਰੀਕ 'ਚ ਵੀ ਵਾਰਮ ਅਪ ਹੋਣ ਤੋਂ ਪਹਿਲਾਂ ਸਟੇਜ ਦੇ ਉੱਤੇ ਸਾਰੇ ਸਮਾਨ ਦੇ ਨਾਲ, ਸਾਰੇ ਆਪਣੇ ਪ੍ਰੋਪਸ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਕੇ, ਅਰਦਾਸ ਕਰਕੇ ਫਿਰ ਸ਼ੁਰੂ ਹੁੰਦੇ ਨੇ, ਤਾਂ ਕਿ ਸਾਨੂੰ ਜਿਹੜੀ ਚੀਜ਼ ਅਸੀਂ ਸਿੱਖਣ ਲੱਗੇ ਹਾਂ, ਜਿਹੜੀ ਚੀਜ਼ ਅਸੀਂ ਸਿਖਾਉਣ ਲੱਗੇ ਹਾਂ, ਸਾਡਾ ਸਰੀਰ ਉੱਚ ਕੰਮ ਆਉਣਾ ਹੈ, ਸਾਡਾ ਮਾਨਸਿਕ ਬੁੱਧੀ ਉੱਚ ਕੰਮ ਆਉਣੀ ਹੈ, ਉਹ ਸਾਰੀ ਸਾਨੂੰ ਰੱਬਾ ਤੂੰ ਪੋਜ਼ਿਟਿਵ એનર્ਜੀ ਦੇ ਕਿ ਅਸੀਂ ਜਿਹੜੇ ਕੰਮ ਲਈ ਤੁਰੇ ਹਾਂ ਸਾਡਾ ਸਾਰਥਕ ਹੋਵੇ। ਬਹੁਤ ਜ਼ਰੂਰੀ ਹੈ। ਜੇ ਅਸੀਂ ਦਿਲ 'ਚ ਹੀ ਦਵੇਸ਼ ਭਾਵੇਂ ਭਰੀ ਜਾਣਾ ਕਿ ਉਹ ਆ ਗਏ ਆਪਾਂ ਚੱਕ ਦਿਆਂਗੇ, ਉਹ ਆ ਗਿਆ ਆਪਾਂ ਕਰ ਦਾਂਗੇ, ਤੇ ਉਹ ਉਦੋਂ ਵਾਹਿਗੁਰੂ ਨੇ ਵੀ ਨਹੀਂ ਖੜਨਾ ਨਾਲ, ਕਿਉਂਕਿ ਤੁਹਾਡਾ ਮਨੋਰਥ ਨਹੀਂ ਸਹੀ ਹੈਗਾ। ਬਿਲਕੁਲ, ਤੁਹਾਡਾ ਮਨੋਰਥ ਸਹੀ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ ਗੱਲ ਹੈ। ਰਾਜਨੀਤੀ ਦਾ ਤੇ ਲੋਕ ਨਾਚਾਂ ਦਾ ਆਪਸ 'ਚ ਕੋਈ ਸੰਬੰਧ ਨਹੀਂ, ਖਾਸ ਤੌਰ ਤੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਲੋਕ ਨਾਚ ਸਿਖਾ ਰਹੇ ਹਾਂ, ਸਕੂਲਾਂ ਕਾਲਜਾਂ ਵਾਲਿਆਂ ਨੂੰ ਦਿਮਾਗ 'ਚ ਦੂਸਰੀਆਂ ਟੀਮਾਂ ਦੇ ਪ੍ਰਤੀ ਗਲਤ ਚੀਜ਼ਾਂ ਭਰਨ ਲੱਗਦੇ ਆ। ਇਹ ਚੀਜ਼ ਸਿੱਖਣ ਵਾਲੀ ਹੈਗੀ ਆ, ਸਿੱਖਦਾ ਬੰਦਾ ਹਨਾ ਸਾਰੀ ਉਮਰ ਹੀ ਆ। ਤੇ ਤੁਸੀਂ ਤਾਂ ਮਤਲਬ ਮੈਨੂੰ ਪਤਾ, ਮੈਂ ਤੁਹਾਡੇ ਨਾਲ ਪਹਿਲਾਂ ਮੈਨੂੰ ਪਤਾ ਸੀ ਤੁਸੀਂ ਇਹ ਗੱਲ ਕਹਿਣ ਵਾਲੇ ਹੋ। ਮੈਂ ਸਿੱਖਦਾ ਹੀ ਪਿਆ। ਤੁਸੀਂ ਤਾਂ ਮਤਲਬ ਕਿ ਹਨਾ, ਮਤਲਬ ਉੱਦਾਂ ਤੁਹਾਡੇ ਉਸਤਾਦ ਜਿਹੜੇ ਆ ਉਹਨਾਂ ਬਾਰੇ ਮੈਂ ਖੁੱਲ੍ਹ ਕੇ ਜ਼ਰੂਰ ਜਾਣਨਾ ਚਾਹੂੰਗੀ। ਮਤਲਬ ਤੁਹਾਡਾ ਕਿੱਦਾਂ ਦਿਲ ਕੀਤਾ ਕਿ ਤੁਸੀਂ ਭੰਗੜਾ ਪਾਓ, ਹੈ ਨਾ, ਭੰਗੜਾ ਤੁਹਾਨੂੰ ਆਉਂਦਾ ਹੋਵੇ। ਮੈਨੂੰ ਜਿੱਥੋਂ ਕੁ ਲੱਗਦਾ ਕਾਲਜ 'ਚ ਅਨਾਊਂਸਮੈਂਟ ਹੁੰਦੀ ਆ ਕਿ ਭੰਗੜੇ ਦੀ ਟੀਮ ਸਿਲੈਕਟ ਹੋਣੀ ਆ, ਜਿਹਨੇ ਆਡੀਸ਼ਨ ਦੇਣੇ ਆ ਜਾਓ, ਅਸੀਂ ਦੌੜੇ ਹੀ ਜਾਂਦੇ ਆਡੀਟੋਰੀਅਮ ਵੱਲ। ਭੰਗੜਾ ਸਿੱਖ ਲਿਆ, ਦਿਲ ਕੀਤਾ, ਫਿਰ ਇਹ ਕਹਿਣਾ ਕਿ ਹੁਣ ਮੈਂ ਸਿਖਾਊਂਗਾ ਵੀ।
ਇਹ ਸਾਰਾ ਮੈਨੂੰ ਸਮਝਾਓ ਅੱਜ। ਠੀਕ ਹੈ ਜੀ, ਮੈਂ ਸ਼ੁਰੂ ਕਰਦਾ ਹਾਂ ਕਿ ਇਹ ਚੇਟਕ ਮੈਨੂੰ ਇਹਦੇ ਬਾਰੇ ਜਿਹੜਾ ਸੀ ਮੇਰੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਭੁਪਿੰਦਰ ਸਿੰਘ ਹੋਰੀ, ਜਿਹੜੇ ਕਿ ਆਪ 60s 70s ਦੇ ਵਿੱਚ ਜਿਹੜੇ ਪੰਜਾਬ ਯੂਨੀਵਰਸਿਟੀ ਵੱਲੋਂ ਲਿਟਰੇਰੀ ਆਈਟਮਸ ਦੇ ਔਰ ਫੋਕ ਡਾਂਸ ਦੇ ਨਾਲ ਜੁੜੇ ਰਹੇ ਨੇ। ਬਾਬਾ ਖੁਸ਼ਵੰਤ ਜੀ, ਰਮੇਸ਼ ਜੀ, ਜਿਹੜੇ ਕਿ ਕਸ਼ਮੀਰ ਦੀ ਕਲੀ 'ਚ ਜਿਹੜਾ ਇੱਕ ਗਾਣਾ ਹੈ ਉਹ 'ਚ ਪਰਫਾਰਮ ਕਰਦੇ ਪਏ, ਜਿਹੜੀ ਪੰਜਾਬ ਦੀ ਪੁਰਾਣੀ ਟੀਮ ਹੁੰਦੀ ਸੀਗੀ ਜਦੋਂ ਮਹਾਰਾਜਾ ਯਾਦਵਿੰਦਰ ਸਿੰਘ ਹੋਰੀ ਉਹਨੂੰ ਫਰਾਂਸ ਕਰਦੇ ਹੁੰਦੇ ਸੀ। ਪੈਪਸੂ ਨੇ ਜਦੋਂ ਭੰਗੜੇ ਨੂੰ ਪ੍ਰਮੋਟ ਕੀਤਾ, ਉਹ ਜਿਹੜੇ ਉਹ ਸਾਰੇ ਉਹਨਾਂ ਦੇ ਮਿੱਤਰ ਸੀਗੇ ਉਹਨਾਂ ਦੇ, ਤੇ ਉਹਨਾਂ ਨੂੰ ਮੇਰਾ ਭੰਗੜੇ ਵੱਲ ਬਿਲਕੁਲ ਝੁਕਾਅ ਨਹੀਂ ਸੀ। ਠੀਕ ਹੈ ਜੀ। ਤੇ ਹੌਲੀ ਹੌਲੀ ਜਿਵੇਂ ਕਹੋ ਕਿ ਖੂਨ ਦੇ ਵਿੱਚ ਹੈਗਾ ਕੁਝ ਤੇ ਆਉਣ ਲੱਗ ਪੈਂਦਾ ਹੈ ਸਾਹਮਣੇ, ਤੇ ਉਹ ਫਿਰ ਮੈਂ ਡੀਏਵੀ ਕਾਲਜ ਦੇ ਟ੍ਰਾਇਲਸ ਦਿੱਤੇ। ਡੀਏਵੀ ਕਾਲਜ ਟ੍ਰਾਇਲਾਂ ਵਿੱਚ ਮੈਂ ਸਿਲੈਕਟ ਹੋਇਆ। ਡੀਏਵੀ ਕਾਲਜ ਦੇ ਜੋ ਟ੍ਰਾਇਲ ਦੇ ਸਿਲੈਕਟ ਹੋਇਆ ਯੂਥ ਵਿੱਚ, ਪਹਿਲੇ ਸਾਲ ਮੈਂ ਸਪੇਅਰ ਰਿਹਾ ਹਾਂ। ਨੈਕਸਟ ਈਅਰ ਮੈਨੂੰ 99 ਦੇ ਵਿੱਚ ਜੋ ਪਰਫਾਰਮ ਕਰਨ ਦਾ ਮੌਕਾ ਮਿਲਦਾ ਹੈ। ਅੱਜ ਦੇ ਕੋਚ ਕਦੇ ਸਪੇਅਰ ਵੀ ਰਹੇ? ਮੈਂ ਇੱਥੇ ਵੀ ਜੇ ਹੁਣੇ ਕਹੋ ਤਾਂ ਮੈਂ ਹੁਣੇ, ਕਿਉਂਕਿ ਸਪੇਅਰ ਰਹਿਣਾ ਬਹੁਤ ਜ਼ਰੂਰੀ ਹੈ। ਦੋ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਸਪੇਅਰ ਰਹਿ ਕੇ ਤੁਹਾਡੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਆਉਂਦੇ। ਇੱਕ ਤਾਂ ਸਭ ਤੋਂ ਪਹਿਲਾਂ ਕਿ ਤੁਹਾਨੂੰ ਜਿਹੜੇ 8 ਬੱਚੇ ਉੱਤੇ ਨੱਚਦੇ ਪਏ ਉਹ ਸਾਰਿਆਂ ਦੀਆਂ ਜਗ੍ਹਾ ਚੇਤੇ ਹੁੰਦੀਆਂ ਨੇ, ਕਿਉਂਕਿ ਤੁਸੀਂ ਜਦੋਂ ਪਰਫਾਰਮ ਕਰਦੇ ਹੋ ਆਪਣੇ ਆਪ ਵਿੱਚ ਨੱਚਦੇ ਹੋ, ਜਦੋਂ ਤੁਸੀਂ ਆਪਣੇ ਜਿਹੜੀ ਤੁਹਾਡੀ ਪਲੇਸ ਆ ਤੁਸੀਂ ਉਹਨੂੰ ਕਿੱਦਾਂ ਮੈਂ ਜਸਟੀਫਾਈ ਕਰਨਾ, ਮੈਂ ਉੱਤੇ ਤੁਸੀਂ ਧਿਆਨ ਦਿੰਦੇ ਹੋ। ਜਿਹੜਾ ਬੱਚਾ ਥੱਲੇ ਸਪੇਅਰ ਆ ਉਹ 8 ਦੇ 8 ਨੂੰ ਓਬਜ਼ਰਵ ਕਰਦਾ ਹੈਗਾ ਵਾ, ਉੱਥੋਂ ਜਿਹੜੀ ਚੀਜ਼ ਉਹ ਸਿੱਖਦੇ ਨੇ ਉਹਨੂੰ ਅਬਜ਼ੌਰਬ ਕਰਦਾ ਫਿਰ, ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਫਾਇਦੇਮੰਦ ਨੇ। ਠੀਕ ਹੈ ਜੀ। ਉਹ ਓਨੀ ਹੀ ਮਿਹਨਤ ਕਰਦਾ, ਉਹ ਓਨੀ ਟੇਕ ਕੇਅਰ ਕਰਦਾ ਟੀਮ ਦੇ ਬੈਕ ਐਂਡ ਦੇ ਉੱਤੇ ਕਿ ਹਾਂ ਵੀ ਟੀਮ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਔਰ ਉਤੋਂ ਵੀ ਜਿਹੜੀ ਵੱਡੀ ਚੀਜ਼ ਹੈ ਉਹਦੇ ਵਿੱਚ ਹਲੀਮੀ ਰਹਿੰਦੀ ਹੈਗੀ ਹੈ। ਉਹਦਾ ਟਾਰਗੇਟ ਭਾਵੇਂ ਸਟੇਜ ਦੇ ਉੱਤੇ ਜਾਣਾ ਆ, ਪਰ ਉਹਦੇ ਵਿੱਚ ਇਹ ਹਲੀਮੀ ਰਹਿੰਦੀ ਹੈ ਕਿ ਹਾਂ ਵੀ ਮੈਂ ਕਿਸੇ ਨੂੰ ਪਾਣੀ ਪਿਆਉਣ ਲੱਗਿਆ ਜਾਂ ਖੁੰਡੇ ਚੱਕਣ ਲੱਗਿਆ ਜਾਂ ਵਰਦੀਆਂ ਇਕੱਠੀਆਂ ਕਰਨ ਲੱਗਿਆ, ਕਿ ਉਹਨੂੰ ਇਹ ਨਹੀਂ ਸੋਚੇਗਾ ਉਹ ਕਿ ਹਾਂ ਵੀ ਮੈਂ ਬਹੁਤ ਵੱਡੀ ਸ਼ੈ ਆ ਕਿ ਮੈਂ ਆਉਂਦਾ ਹੀ ਡਾਂਸਰ ਬਣ ਗਿਆ, ਨਹੀਂ, ਐ ਨਹੀਂ ਹੁੰਦਾ। ਅੱਛਾ, ਫਿਰ ਤੁਸੀਂ ਸਪੇਅਰ ਰਹਿਣ ਤੋਂ ਬਾਅਦ ਉਦੋਂ ਸਾਡੇ ਇੰਚਾਰਜ ਪ੍ਰੋਫੈਸਰ ਪ੍ਰਵੀਨ ਸ਼ਰਮਾ ਹੋਰੀ ਹੁੰਦੇ ਸੀਗੇ ਡੀਏਵੀ ਕਾਲਜ ਜਲੰਧਰ ਦੇ, ਤੇ ਉਸ ਤੋਂ ਬਾਅਦ ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਮੇਰੇ ਵੱਡੇ ਵੀਰ ਨੇ ਉਹ ਵੀ, ਤੇ ਉਹ ਇੰਚਾਰਜ ਆਏ, ਉਹਨਾਂ ਦੇ ਨਾਲ ਫਿਰ ਟੀਮ ਜਿਹੜੀ ਆ ਅੱਗੇ ਵਧਦੀ ਰਹੀ। ਇਨ ਮੀਨ ਟਾਈਮ ਡਿਪਾਰਟਮੈਂਟ ਆਫ ਟੂਰਿਜ਼ਮ ਕਲਚਰ ਨਿਊ ਦਿੱਲੀ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਲੋਕ ਨਾਚਾਂ ਉੱਤੇ ਸਕਾਲਰਸ਼ਿਪ ਦੇਣ ਦਾ, ਕਿ ਜਿਹੜੇ ਬੰਦੇ ਪਰਫਾਰਮ ਕਰਦੇ ਪਏ ਨੇ ਸਕਾਲਰਸ਼ਿਪ ਦਾ ਜੀ ਅਪਲਾਈ ਕੀਤਾ। ਮੇਰੇ ਫਾਦਰ ਸਾਹਿਬ ਨੇ ਕਿਹਾ ਹਾਂ ਵੀ ਤੂੰ ਟਰਾਈ ਕਰਨਾ ਇਹਦੇ ਵਾਸਤੇ, ਤੇ ਵਾਹਿਗੁਰੂ ਦੀ ਮਿਹਰ ਸਦਕਾ ਆਪਾਂ ਨੂੰ ਉਹ ਸਕਾਲਰਸ਼ਿਪ ਮਿਲ ਗਈ। ਉਸ ਸਕਾਲਰਸ਼ਿਪ ਦੇ ਵਿੱਚ ਇਹ ਸੀ ਕਿ ਤੁਸੀਂ ਆਪਣੇ ਏਰੀਆ ਦੇ ਕਿਸੇ ਪ੍ਰੋਮੀਨੈਂਟ ਪਰਸਨ ਜਿਹੜਾ ਕਿ ਲੋਕ ਨਾਚਾਂ ਨਾਲ ਜੁੜਿਆ ਹੋਵੇ, ਉਹਦੇ ਕੋਲ ਕੰਸੈਂਟ ਲੈ ਕੇ ਉਹ ਸਾਨੂੰ ਭੇਜੋ ਕਿ ਉਹ ਤੁਹਾਨੂੰ ਕੁਛ ਨਾ ਕੁਛ ਇਹਦੇ ਬਾਰੇ ਦੱਸੇਗਾ ਜੀ। ਮੇਰੇ ਸੀਨੀਅਰ ਸੀ, ਮੇਰੇ ਨਾਲ ਪਰਫਾਰਮਿੰਗ ਵੀ ਕਰਦੇ ਰਹੇ, ਜਲੰਧਰ ਸ਼ਹਿਰ ਤੋਂ ਹੀ ਮਨਪ੍ਰੀਤ ਸਿੰਘ, ਉਹਨਾਂ ਦੇ ਡਾਕਟਰ ਇੰਦਰਜੀਤ ਸਿੰਘ ਹੋਰੀ ਚਾਚਾ ਜੀ ਲੱਗਦੇ ਸੀ ਜੀ। ਮੈਂ ਉਹਦੇ ਨਾਲ ਗੱਲ ਕੀਤੀ ਸਨੀ ਨਾਲ, ਕਿ ਉਹਦਾ ਨਾਮ ਘਰ ਦਾ ਨਾਂ ਸਨੀ ਸੀ, ਕਿ ਸਨੀ ਮੇਰੀ ਇੱਦਾਂ ਕਰਕੇ, ਉਹ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਚਾਚਾ ਜੀ ਕੋਲ ਚੱਲ ਚੱਲਾਂਗੇ। ਤੇ ਮੈਨੂੰ ਚੇਤੇ ਆ ਅਸੀਂ ਐਤਵਾਰ ਦਾ ਦਿਨ ਸੀ, ਅਸੀਂ ਦੋਵੇਂ ਜਣੇ ਅਸੀਂ, ਤੇ ਸਰ ਨੂੰ ਬੜੀ ਵਧੀਆ ਆਦਤ ਹੁੰਦੀ ਸੀ ਕਿ ਹਾਂਜੀ ਸਵੇਰੇ ਸੈਰ ਕਰਨੀ, ਤੇ ਉਹ ਬਾਹਰ ਆਪਣੇ ਬਰਾਂਡੇ 'ਚ ਹੀ ਬੈਠੇ ਹੋਏ ਤੇ ਜਾ ਕੇ ਉਹਨਾਂ ਆਪਣੀ ਵਾਈਫ ਨੂੰ ਕਿਹਾ ਵੀ ਮੁੰਡੇ ਆਏ ਤੇ ਇਹਨਾਂ ਵਾਸਤੇ ਨਿੰਬੂ ਪਾਣੀ ਲੈ ਕੇ ਆਓ ਨਾ, ਸ਼ਿਕੰਜਵੀ ਅਸੀਂ ਪੀਤੀ ਉਹਨਾਂ ਕੋਲ, ਤੇ ਉਹਨਾਂ ਨੇ ਫਿਰ ਮੈਨੂੰ ਕੰਸੈਂਟ ਦੇ ਦਿੱਤੀ ਕਿ ਹਾਂ ਵੀ ਤੂੰ ਆ ਜਾਇਆ ਕਰ ਮੇਰੇ ਕੋਲ, ਤੇ ਜੋ ਤੂੰ ਜਾਣਨਾ ਚਾਹੁੰਦਾ, ਜੋ ਤੂੰ ਪੁੱਛਣਾ ਚਾਹੁੰਦਾ, ਤੇ ਤੂੰ ਮੇਰੇ ਤੋਂ ਪੁੱਛਦਾ ਰਿਹਾ ਕਰ। ਬਸ ਉਹ ਪਿਆਰ ਫਿਰ ਹੌਲੀ ਹੌਲੀ ਵੱਧਦਾ ਰਿਹਾ। ਉਹਨਾਂ ਨੇ ਮੈਨੂੰ ਜੋ ਮੈਂ ਜਿੱਦਾਂ ਦੀ ਮੇਰੇ ਦਿਮਾਗ 'ਚ ਕੋਈ ਕਨਫਿਊਜ਼ਨ ਹੋਣੀ, ਕਿਉਂਕਿ ਉਹ ਗੋਲਡ ਮੈਡਲਿਸਟ ਸੀਗੇ ਆਪਣੀ ਫੀਲਡ ਦੇ ਵਿੱਚ, ਠੀਕ ਹੈ ਜੀ, ਤੇ ਉੱਤੋਂ ਭੰਗੜੇ ਵਾਲੇ ਸੀਗੇ, ਐਕੈਡੈਮਿਕ ਵੀ ਔਰ ਉਹਦਾ ਆਪਣਾ ਕਲਚਰਲ ਦੋਵੇਂ ਆਸਪੈਕਟ ਉਹਨਾਂ ਕੋਲ ਆ ਗਏ। ਤੇ ਜੇਕਰ ਮੈਨੂੰ ਕਿਤੇ ਪੜ੍ਹਾਈ ਦੇ ਵਿੱਚ ਵੀ ਕਿਤੇ ਕੋਈ ਹੈਲਪ ਦੀ ਲੋੜ ਪੈਣੀ ਕਿ ਸਰ ਕਿੱਦਾਂ ਕੀਤਾ ਜਾਵੇ, ਤੇ ਉਹ ਚੀਜ਼ ਵੀ ਉਹਨਾਂ ਨੇ ਫਿਰ ਮੈਨੂੰ ਗਾਈਡ ਕਰਨੀ, ਕਿਉਂਕਿ ਮੈਂ ਜਦੋਂ ਪੜ੍ਹਦਾ ਸੀ ਉਦੋਂ ਉਹਨਾਂ ਕੋਲ ਸੀਗਾ, ਜਦੋਂ ਮੈਂ ਗਿਆ ਤੇ ਮੈਂ BA 'ਚ ਫਿਰ ਮੈਂ MA ਪੰਜਾਬੀ ਕੀਤੀ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਪੜ੍ਹਾਈ ਕਦੀ ਨੁਕਸਾਨ ਨਹੀਂ ਦਿੰਦੀ, ਤੇ ਤੂੰ ਜੇ ਹੋਰ ਪੜ੍ਹਨਾ ਤਾਂ ਤੂੰ ਹੋਰ ਪੜ੍ਹ। ਤੇ ਮੈਂ ਫਿਰ MSc ਮਾਸ ਕਮਿਊਨੀਕੇਸ਼ਨ ਜਿਹੜੀ ਆ ਫਿਰ ਮੈਂ ਉਹ ਕੀਤੀ ਉਹਨਾਂ ਦੇ ਕਹਿਣ ਤੇ। ਵਾਹ, ਬਹੁਤ। ਮੈਂ ਅੱਜ ਵੀ ਆਪਣੇ ਜਿੰਨੇ ਮੇਰੇ ਛੋਟੇ ਵੀਰ ਨੇ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਵਾ ਕਿ ਪੜ੍ਹੋ ਜ਼ਰੂਰ, ਪੜ੍ਹਾਈ ਕਿਤੇ ਨੁਕਸਾਨ ਨਹੀਂ ਦਿੰਦੀ। ਮੈਨੂੰ ਮੇਰੇ ਉਸਤਾਦ ਨੇ ਗੱਲ ਕਹੀ ਸੀ, ਤੇ ਆਪਾਂ ਜੇ ਅੱਜ ਕਿਸੇ ਜਗ੍ਹਾ ਤੇ ਬੈਠੇ ਆ ਜਾਂ ਕਿਸੇ ਦੀ ਹੈਲਪ ਕਰਨ ਜੋਗੇ ਹੈਗੇ ਆ, ਤੇ ਸਿਰਫ ਇਸ ਕਰਕੇ ਆ ਕਿ ਆਪਣੇ ਕੋਲ ਕੁਆਲੀਫਿਕੇਸ਼ਨ ਹੈਗੀ ਸੀ। ਫਿਰ ਉਹਨਾਂ ਨੇ ਮੈਨੂੰ ਜਿਹੜਾ ਆ ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਹੋਰਾਂ ਨੇ ਮੈਨੂੰ, ਜੋ ਮੈਂ DAV ਕਾਲਜ ਤੋਂ ਪਾਸ ਆਊਟ ਹੋ ਗਿਆ, ਤੇ ਉਹਨਾਂ ਨੇ ਕਿਹਾ ਵੀ ਤੂੰ ਆਇਆ ਕਰ ਤੇ ਇਹਨਾਂ ਨੂੰ ਕੁਝ ਨਾ ਕੁਝ ਦੱਸਿਆ ਕਰ। ਤੇ ਫਿਰ ਮੈਂ ਗੁਰੂ ਜੀ ਹੋਰਾਂ ਨਾਲ, ਡਾਕਟਰ ਇੰਦਰਜੀਤ ਸਿੰਘ ਹੋਰਾਂ ਨਾਲ ਗੱਲ ਕੀਤੀ, ਕਹਿੰਦੇ ਹਾਂ ਵੀ ਜ਼ਰੂਰ, ਕੋਈ ਜਿਹੜੀ ਗੱਲ ਆਪਾਂ ਸ਼ੁਰੂ ਤੋਂ ਕਰਦੇ ਪਏ ਕਿ ਆਪਾਂ ਭੰਗੜਾ ਪ੍ਰਮੋਟ ਕਰੀਏ, ਭੰਗੜੇ ਬਾਰੇ ਲੋਕਾਂ ਨੂੰ ਦੱਸੀਏ, ਤਾਂ ਕਿ ਲੋਕੀ ਇਹੀ ਨਾ ਸੋਚੀ ਜਾਣ ਕਿ ਭੰਗੜਾ ਜਿਹੜਾ ਉਹ ਅਮਲੀਆਂ ਦਾ ਡਾਂਸ ਹੈ, ਭੰਗੜਾ ਜਿਹੜਾ ਉਹ ਨਸ਼ਈਆਂ ਦਾ ਡਾਂਸ ਹੈ, ਸ਼ਰਾਬ ਪੀ ਕੇ ਨੱਚਿਆ ਜਾਂਦਾ ਹੈ, ਕਿ ਜਾਂ ਸਿਰਫ ਤੇ ਸਿਰਫ ਜਿਹੜਾ ਵਿਆਹਾਂ ਤੇ ਪਈ ਜਾਂਦਾ ਵਾ DJ ਵਾਲੇ ਨੱਚਦੇ ਪਏ ਨੇ, ਕਿ ਉਹੀ ਭੰਗੜਾ। ਭੰਗੜੇ ਦਾ ਜਿਹੜਾ ਘਰ ਬੜਾ ਦੂਰ ਆ, ਬੜਾ ਉਹ ਪਵਿੱਤਰ ਆ, ਤੁਸੀਂ ਉਹਨੂੰ ਸਟੇਜ ਨੂੰ ਮੱਥਾ ਟੇਕ ਕੇ ਚੜ੍ਹਦੇ ਹੋ,
ਉਹਨੇ ਦਿਨ ਜਿੰਨੇ ਤੁਹਾਡੀ ਰਿਹਰਸਲ ਚੱਲਦੀ ਹੈ ਤੁਸੀਂ ਹਰੇਕ ਚੀਜ਼ ਦਾ ਪਰਹੇਜ਼ ਕਰਦੇ ਹੋ ਖਾਣ ਪੀਣ ਤੋਂ ਕਿ ਹਾਂਜੀ ਅਸੀਂ ਕੀ ਚੀਜ਼ ਖਾਣੀ ਹੈ ਕਿੱਦਾਂ ਦੀ ਤਾਂ ਕਿ ਰਿਹਰਸਲ ਵੇਲੇ ਜ਼ੋਰ ਲਾ ਸਕੀਏ ਸਮੇਂ ਸਿਰ ਪ੍ਰੈਕਟਿਸ ਤੇ ਪਹੁੰਚ ਸਕੀਏ ਆਪਣੇ ਉਸਤਾਦਾਂ ਨੂੰ ਤੁਸੀਂ ਪੂਰੀ ਇੱਜ਼ਤ ਦਿੰਦੇ ਹੋ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦਾ ਖਿਆਲ ਰੱਖਦੇ ਹੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਫਿਰ ਮੈਨੂੰ ਉਹਨਾਂ ਨੇ ਕਿਹਾ ਤੇ ਆਪਾਂ ਸ਼ੁਰੂ ਹੋਏ। ਬਹੁਤ ਖੂਬ। ਮੈਂ ਨਾ ਟਾਈਮ ਘਟਿਆ ਪਰ ਇੱਕ ਸਵਾਲ ਮੇਰੇ ਦਿਮਾਗ 'ਚ ਬਹੁਤ ਜ਼ਿਆਦਾ ਘੁੰਮਦਾ ਰਹਿੰਦਾ। GNDU ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਉੱਥੇ ਯੂਥ ਫੈਸਟੀਵਲ ਹੁੰਦੇ ਆ, ਹਰ ਯੂਨੀਵਰਸਿਟੀਜ਼ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਆ, ਪਰ ਤੁਸੀਂ ਇੱਕ ਅਜਿਹਾ ਲੋਕ ਨਾਚ ਲੈ ਕੇ ਆਉਂਦੇ ਹੋ ਜਿਹੜਾ GNDU ਦੀ ਸਟੇਜ ਤੇ ਪਹਿਲਾਂ ਕਦੇ ਨਹੀਂ ਆਉਂਦਾ। ਮੈਨੂੰ ਵੀ ਤੁਹਾਡੇ ਵੱਲੋਂ ਕਰਵਾਏ ਗਏ ਨਾਚ ਤੋਂ ਬਾਅਦ ਪਤਾ ਲੱਗਦਾ ਕਿ ਇਹ ਵੀ ਕੋਈ ਲੋਕ ਨਾਚ ਹੁੰਦਾ। ਠੀਕ ਹੈ। ਧਮਾਲ ਇਹ ਵੀ ਤੁਸੀਂ ਕਰਵਾਇਆ, ਸਾਰਿਆਂ ਨੂੰ ਇੰਟਰੋਡਿਊਸ, ਡੰਡਾਸ ਵੀ ਕਰਾਇਆ। ਇਹਨਾਂ ਦੀ ਖੋਜ ਕਰਨੀ ਇੰਨੀ ਔਖੀ ਆ, ਥਾਂ ਥਾਂ ਜਾ ਕੇ ਲੱਭਣਾ ਭਾਈ ਉਹ ਲੋਕ ਹੀ ਨਹੀਂ ਹੈਗੇ, ਉਹ ਕਿੱਦਾਂ ਦੇ ਕੱਪੜੇ ਪਾਉਂਦੇ ਸੀ, ਉਹ ਕਿੱਦਾਂ ਆਪਣੀ ਜ਼ਿੰਦਗੀ ਜੀਉਂਦੇ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਖੋਜਿਆ, ਕਿੱਦਾਂ ਸਾਹਮਣੇ ਲੈ ਕੇ ਆਏ, ਇਹ ਦੱਸੋ ਹੁਣ ਮੈਨੂੰ। GNDU ਨੇ ਸ਼ੁਰੂ ਕੀਤੇ ਜਨਰਲ ਡਾਂਸਿਸ। ਪਹਿਲਾਂ ਭੰਗੜਾ ਗਿੱਧਾ ਪੈਂਦਾ ਸੀ। ਦੂਜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੈਰੀਟੇਜ ਫੈਸਟੀਵਲ ਦੇ ਨਾਂ ਤੇ ਜਿਹੜੇ ਰੀਜਨਲ ਡਾਂਸਿਸ ਅਦਰ ਦੈਨ ਗਿੱਧਾ ਭੰਗੜਾ ਤੋਂ ਉਹ ਪੈਂਦੇ ਪਏ ਸੀਗੇ, ਚੱਲ ਰਹੇ ਸੀ। GNDU ਸ਼ੁਰੂ ਕਰਦਾ ਕਿ ਜਨਰਲ ਡਾਂਸ ਵਿੱਚ ਕੋਈ ਵੀ ਕੁਝ ਵੀ ਕਰ ਸਕਦਾ। ਤੇ ਪਹਿਲੇ ਸਾਲ ਮੈਂ ਜਦੋਂ ਕਰਵਾਈ ਲੁੱਡੀ ਦੀ ਜਿਹੜੀ ਮੈਂ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਮੇਰੇ ਵੱਡੇ ਵੀਰ ਨੇ ਹਰਿੰਦਰ ਸਿੰਘ ਹੋਰੀ ਚੰਡੀਗੜ੍ਹ ਤੋਂ ਸਰਦਾਰ ਭਾਗ ਸਿੰਘ ਹੋਰਾਂ ਦੇ ਬੜੇ ਲਾਡਲੇ ਸ਼ਾਗਿਰਦ ਰਹੇ ਨੇ ਉਹਨਾਂ ਨਾਲ ਇਸ ਦੇ ਸੰਬੰਧ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਕਿ ਕਿੱਦਾਂ ਹੋਣੀ ਚਾਹੀਦੀ ਹੈ, ਕਿਵੇਂ ਹੈ। ਪ੍ਰਿੰਸੀਪਲ ਸਰ ਤੋਂ ਡਾਕਟਰ ਇੰਦਰਜੀਤ ਸਿੰਘ ਹੋਰਾਂ ਤੋਂ ਉਹਨਾਂ ਨਾਲ ਗੱਲਬਾਤ ਕੀਤੀ, ਕੁਝ ਕਿਤਾਬਾਂ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕਿ ਆਪਾਂ ਨੂੰ ਕਿਤੋਂ ਕੁਝ ਲੱਭ ਜਵੇ ਇਹੋ ਜਿਹਾ, ਕਿਸੇ ਥੀਸਿਸ ਲੱਭ ਜਾਣ ਕਿਸੇ ਦੇ ਕਿ ਲੋਕ ਨਾਚਾਂ ਉੱਤੇ ਕੰਮ ਕੀਤਾ ਹੋਵੇ ਜਿਹਨੇ। ਫਿਰ ਉਹਨੂੰ ਕਿ ਸਟੇਜ ਦੇ ਉੱਤੇ ਲਿਆ ਕੇ ਕਿਸ ਤਰੀਕੇ ਨਾਲ ਪੇਸ਼ ਕਰਨਾ ਤੇ ਫਿਰ ਉਹ ਲੁੱਡੀ ਜਿਹੜੀ ਹੈ ਮੈਂ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਮੈਂ ਲੁੱਡੀ ਹੀ ਕਰਾਈ ਜਲੰਧਰ ਦੇ KMV ਕਾਲਜ ਦੇ ਵਿੱਚ। ਪਹਿਲੇ ਸਾਲ ਦੀ ਗੱਲ ਹੈ। ਤੇ ਉਸੇ ਸਾਲ ਮੇਰੇ ਬੜੇ ਅਜ਼ੀਜ਼ ਮੇਰੇ ਵੱਡੇ ਵੀਰ ਕਾਰਜ ਗਿੱਲ ਜੋ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਉਸ ਸਾਲ ਝੂਮਰ ਕਰਾਇਆ। ਅੱਛਾ ਜੀ। ਉਹ ਉਹਨਾਂ ਨੇ ਝੂਮਰ ਦੀ ਖੋਜ ਕਰਨ ਵਾਸਤੇ ਪਾਕਿਸਤਾਨ 'ਚ ਆਪਣੇ ਰਿਲੇਸ਼ਨ ਜਿਹੜੇ ਉਹਨਾਂ ਦੇ ਕਿਤੇ ਸੀਗੇ ਜੇ ਕਿਸੇ ਨੂੰ ਜਾਣਦੇ ਸੀ ਉਹ ਤੋਂ ਪਤਾ ਕੀਤਾ। ਬੜੀ ਕ੍ਰੀਏਟੀਵਿਟੀ ਦੇ ਨਾਲ ਬਹੁਤ ਸੋਹਣਾ ਆਇਆ ਝੂਮਰ ਔਰ ਲੋਕਾਂ ਨੇ ਪਸੰਦ ਬਹੁਤ ਕੀਤਾ। ਹਾਂ ਠੀਕ ਹੈ ਜੀ। ਇੱਧਰੋਂ ਆਪਣੀ ਲੁੱਡੀ ਸੈਕਿੰਡ ਲੱਗ ਜਾਂਦੀ ਹੈ, ਚਲੋ ਤੁਰ ਪੈਂਦਾ ਕੰਮ ਕਿ ਹਾਂ ਵੀ ਲੋਕੀ ਰੈਕੋਗਨਾਈਜ਼ ਕਰਨ ਲੱਗ ਪਏ ਕਿ ਹਾਂ ਵੀ ਇਹ ਵੀ ਡਾਂਸ ਹੈਗਾ। ਠੀਕ ਹੈ ਜੀ। ਫਿਰ ਗੱਲ ਆਉਂਦੀ ਕਿ ਹਰ ਸਾਲ ਲੁੱਡੀ ਕਰੀ ਜਾਂਦੇ ਪਏ ਆ। ਡੰਡਾਸ ਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੈਨੂੰ ਡੰਡਾਸ ਦੇ ਬਾਰੇ ਪਹਿਲੀ ਵਾਰੀ ਸਾਡੀ ਸੰਸਥਾ ਹੈ ਜਿਹੜੀ ਕਿ ਸੁਰਤਾਲ ਸੱਭਿਆਚਾਰਕ ਸਾਥ ਜਲੰਧਰ ਵਿੱਚ ਜਿਹੜੀ ਕਿ ਅਸੀਂ ਪਿਛਲੇ 22 ਸਾਲ ਤੋਂ ਲੋਕ ਨਾਚ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਹਾਂ ਔਰ ਹਰ ਸਾਲ ਇਹਦੇ ਵਾਸਤੇ ਅਸੀਂ ਕੈਂਪ ਲਗਾਉਂਦੇ ਹਾਂ। ਉਦੋਂ ਉਹਦੇ ਚੱਲਦਿਆਂ ਮੈਨੂੰ ਡਾਕਟਰ ਸਾਹਿਬ ਨੇ ਪ੍ਰਿੰਸੀਪਲ ਇੰਦਰਜੀਤ ਸਿੰਘ ਹੋਰਾਂ ਬੜੀ ਵਾਰੀ ਕਿਹਾ ਕਿ ਵੀ ਨੀਤੀ ਆਪਾਂ ਇਹਨੂੰ ਰਿਵਾਈਵ ਕਰਨਾ ਹੈ ਡਾਂਸ ਨੂੰ, ਡੰਡਾਸ। ਮੈਂ ਕਿਹਾ ਸਰ ਪੁੱਛਣਾ ਮੈਂ ਕਿ ਸਰ ਕਿੱਦਾਂ ਦਾ ਹੁੰਦਾ ਹੈ ਨਾ, ਇਹ ਕਿਵੇਂ ਹੁੰਦਾ ਆ। ਉਹ ਦੱਸਣਾ ਕਿ ਇੱਦਾਂ ਡੰਡਿਆਂ ਨਾਲ ਖੇਡਿਆ ਜਾਂਦਾ, ਇਹ ਹੈ ਉਹ ਇੱਦਾਂ ਦੀ ਕੁਝ ਚੀਜ਼ਾਂ ਦੱਸੀਆਂ ਉਹਨਾਂ ਨੇ ਮੈਨੂੰ। ਤੇ ਮੈਂ ਕਹਿੰਦੇ ਵੀ ਆਪਾਂ ਨੂੰ ਬੰਦੇ ਲੱਭਣਗੇ। ਜਲੰਧਰ ਦੇ ਵਿੱਚ ਏਰੀਆ ਹੈ ਪੋਠੋਵਾਰ ਮਹੱਲਾ ਇੱਕ, ਉੱਥੇ ਜਦੋਂ ਮਾਈਗ੍ਰੇਸ਼ਨ ਹੁੰਦੀ ਹੈਗੀ ਆ, ਪਾਰਟੀਸ਼ਨ ਹੁੰਦੀ ਹੈ ਪੰਜਾਬ ਦੀ, ਤਾਂ ਉੱਥੋਂ ਬੰਦੇ ਮਾਈਗ੍ਰੇਟ ਹੋ ਕੇ ਤੇ ਇੱਥੇ ਆ ਕੇ ਇਸ ਏਰੀਏ ਵਿੱਚ ਵਸੇ। ਰਾਵਲਪਿੰਡੀ ਦੇ ਏਰੀਏ ਦੇ ਬੰਦੇ ਇੱਥੇ ਆ ਕੇ ਵਸੇ। ਤੇ ਮੇਰਾ ਮਿੱਤਰ ਹੈ ਪ੍ਰਦੀਪ ਓਬਰਾਏ, ਉਹ ਵੀ ਉਸੇ ਬਰਾਦਰੀ ਦੇ ਨਾਲ ਉਹਨਾਂ ਦੀ ਬਰਾਦਰੀ ਚੋਂ ਹੈ। ਤੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦਾ ਮੈਂ ਪਤਾ ਕਰਾਂਗਾ। ਉਹਦੇ ਮਦਰ ਨੇ ਮੇਰੇ ਨਾਲ ਜੋ ਗੱਲਾਂ ਹੋਈਆਂ ਦੱਸਿਆ ਕਿ ਵੀ ਜਦੋਂ ਇਹ ਵਿੱਕੀ ਦੇ ਫਾਦਰ ਸਾਹਿਬ ਬਰਾਤ ਲੈ ਕੇ ਜਾਂਦੇ ਨੇ, ਉਹਦੇ ਮਦਰ ਮਸੂਰੀ ਤੋਂ ਨੇ, ਬਰਾਤ ਲੈ ਕੇ ਜਾਂਦੇ ਤੇ ਉਹ ਬਰਾਤ ਵਿੱਚ ਫਲਾਣੇ ਬੰਦੇ ਗਏ ਸੀਗੇ ਸਾਡੇ ਰਿਸ਼ਤੇਦਾਰ। ਤੇ ਇਹਨਾਂ ਨੇ ਉੱਥੇ ਜਦੋਂ ਰਾਤ ਨੂੰ ਬਰਾਤ ਪਹੁੰਚ ਗਈ ਤੇ ਉੱਥੇ ਇਹਨਾਂ ਡੰਡੇ ਖੇਡੇ। ਅੱਛਾ। ਉਹ ਡੰਡਾਸ ਜਿਹੜਾ ਸੀ ਨਾਮ, ਪਰ ਉਹ ਡੰਡੇ ਖੇਡਾਂ ਕਹਿੰਦੇ ਸੀ। ਤੇ ਉਹ ਉਹਨਾਂ ਵਿੱਚੋਂ ਫਲਾਣਾ ਬੰਦਾ ਜਿਹੜਾ ਆ ਉਹਦੀ ਉਹ ਦੁਕਾਨ ਆ ਉਸ ਜਗ੍ਹਾ ਤੇ, ਤੂੰ ਉਹਨੂੰ ਮਿਲ ਸਕਦਾ ਹੈ। ਮੈਂ ਉਹਨੂੰ ਚੱਕਿਆ ਪ੍ਰਦੀਪ ਨੂੰ ਨਾਲ ਆਪਣੇ। ਅਸੀਂ ਗਰਮੀਆਂ ਦੇ ਦਿਨ ਸੀਗੇ, ਛੁੱਟੀਆਂ ਸੀ ਮੈਨੂੰ, ਮੈਂ ਜਾ ਕੇ ਮੈਨੂੰ ਮਿਲਿਆ ਆ ਕਿ ਹਾਂਜੀ ਕਿੱਦਾਂ ਹੁੰਦਾ ਸੀ, ਕਿੱਦਾਂ ਦੇ ਕੱਪੜੇ ਪਾਉਂਦੇ ਸੀ ਤੁਸੀਂ, ਕਿ ਸਲਵਾਰ ਕਮੀਜ਼ ਪਾ ਕੇ ਅਸੀਂ ਨੱਚਦੇ ਸੀਗੇ। ਕਿਉਂਕਿ ਪੁਰਾਣੇ ਸਮਿਆਂ ਦੇ ਜਿਹੜੇ ਉਧਰੋਂ ਆਏ ਸੀਗੇ ਉਹ ਸਲਵਾਰਾਂ ਕਮੀਜ਼ਾਂ ਪਾਉਂਦੇ, ਪੈਂਟਾਂ ਕਮੀਜ਼ਾਂ ਤੇ ਚੱਲਦੀਆਂ ਘੱਟ ਬਹੁਤ ਸੀਗੀਆਂ, ਪੜ੍ਹੇ ਲਿਖੇ ਪਾਉਂਦੇ ਸੀਗੇ ਜਾਂ ਚਾਦਰੇ ਕੁੜਤੇ ਚੱਲਦੇ ਸੀਗੇ। ਤੇ ਉਹਨਾਂ ਨੇ ਫਿਰ ਦੱਸਿਆ ਕਿ ਇਦਾਂ ਦੀ ਰਿਦਮ ਵੱਜਦੀ ਹੈ, ਇਸ ਤਰੀਕੇ ਨਾਲ ਅਸੀਂ ਇਹ ਸਟੈਪ ਕਰਦੇ ਹੁੰਦੇ ਸੀਗੇ। ਚਲੋ ਆਮ ਬੰਦਾ ਸੋਚ ਹੀ ਨਹੀਂ ਸਕਦਾ ਜਲੰਧਰ 'ਚ ਵੀ ਇਦਾਂ ਦੇ ਲੋਕ ਹੋਣਗੇ। ਅਸੀਂ ਕਹਿੰਦੇ ਜਲੰਧਰ 'ਚ ਕਲਚਰ ਹੀ ਹੈ ਨਹੀਂ, ਮਸਲਾ ਲੱਭਣ ਦਾ ਆ। ਫਿਰ ਇਸ ਸੰਬੰਧੀ ਮੈਂ ਭਾਜੀ ਹਰਿੰਦਰ ਹੋਰਾਂ ਨਾਲ ਵੀ ਗੱਲ ਕੀਤੀ ਕਿਉਂਕਿ ਉਹਨਾਂ ਨੇ ਇਹ ਚੀਜ਼ ਆਪਣੇ ਉੱਥੇ ਕਰਾਈ ਹੋਈ ਸੀ।
ਉਹਨਾਂ ਨੇ ਫਿਰ ਦੱਸਿਆ ਮੈਨੂੰ ਕਿ ਹਾਂ ਵੀ ਮੈਂ ਮਾਸਟਰ ਭਾਗ ਸਿੰਘ ਹੋਰਾਂ ਕੋਲ ਜਿਹੜਾ ਹੈ ਸਾਹਿਬ ਭਾਗ ਸਿੰਘ ਹੋਰਾਂ ਕੋਲ ਇਹ ਚੀਜ਼ ਸਿੱਖੀ ਸੀਗੀ, ਇਦਾਂ ਆ। ਫਿਰ ਬਾਕੀ ਉਹਨੂੰ ਥੋੜਾ ਬਹੁਤਾ ਐਲੈਬੋਰੇਟ ਜਿਹੜਾ ਆ ਉਹ ਆਪਣੇ ਲੈਵਲ ਤੇ ਕੀਤਾ, ਤਾਂ ਕਿ ਸਟੇਜੀਕਰਨ ਜਦੋਂ ਚੀਜ਼ ਦਾ ਹੋਣਾ ਹੈ ਤੁਹਾਨੂੰ ਪਤਾ ਹੀ ਹੈ, ਫਿਰ ਉਹ 8 ਮਿੰਟ ਦਾ ਬਣਾਉਣਾ ਉਹਨੂੰ ਕਿਸ ਤਰੀਕੇ ਨਾਲ ਬਣਾਉਣਾ ਆ। ਇਸ ਤਰੀਕੇ ਨਾਲ ਧਮਾਲ ਬੜੀ ਚਿਰ ਦੀ ਦਿਮਾਗ ਦੇ ਵਿੱਚ ਖੁੜਕਦੀ ਸੀ ਕਿ ਹਾਂਜੀ ਜੀ ਧਮਾਲ ਕਰਾਉਣੀ ਹੈ, ਧਮਾਲ ਕਰਾਉਣੀ। ਤੇ ਇਹਦਾ ਜਿਹੜਾ ਕਰਾਉਣ ਦਾ ਮੌਕਾ ਦਿੱਤਾ ਮੈਨੂੰ ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਹੋਰਾਂ ਨੇ ਡੀਏਵੀ ਕਾਲਜ ਦੇ ਵਿੱਚ। ਤੇ ਇਹਦੇ ਸੰਬੰਧ ਵਿੱਚ ਮੇਰੀ ਤੇ ਰਾਜਨ ਔਜਲੇ ਦੀ ਬੜੀ ਡਿਸਕਸ਼ਨ ਹੋਈ, ਕਿਉਂਕਿ ਰਾਜਨ ਮੇਰਾ ਛੋਟਾ ਵੀਰ, ਮੇਰਾ ਸਟੂਡੈਂਟ ਵੀ ਹੈ। ਅੱਛਾ, ਤੁਹਾਡੇ ਭੰਗੜੇ ਦੇ ਸਟੂਡੈਂਟ ਰਾਜਨ? ਹਾਂਜੀ। ਤੇ ਅਸੀਂ ਇਸ ਚੀਜ਼ ਦੇ ਬਾਰੇ ਡਿਸਕਸ਼ਨ ਬਹੁਤ ਕੀਤੀ ਕਿ ਹਾਂਜੀ ਕਿਸ ਤਰ੍ਹਾਂ ਦੀ ਹੋਵੇ, ਕਿਵੇਂ ਹੋਵੇ। ਇਸ ਸੰਬੰਧ ਵਿੱਚ ਅਸੀਂ ਕਿਉਂਕਿ ਅਸੀਂ ਜਦੋਂ ਕਿਤਾਬਾਂ ਪੜ੍ਹਦੇ ਹਾਂ ਸਾਨੂੰ ਧਮਾਲਾਂ ਦੋ ਤਰੀਕੇ ਦੀਆਂ ਦੇਖਣ ਨੂੰ ਮਿਲਦੀਆਂ। ਇੱਕ ਮਿਲਦੀਆਂ ਨੇ ਜਿਹੜੀਆਂ ਮਸੀਤਾਂ ਉੱਤੇ ਜਿੱਥੇ ਮਜ਼ਾਰਾਂ ਦੇ ਉੱਤੇ ਨੱਚੀ ਜਾਂਦੀ ਸੀਗੀ, ਉੱਥੋਂ ਦੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਅਨਾਦੀ ਨਾਦ ਵਿੱਚ ਕਿ ਹਾਂ ਵੀ ਸਾਜ਼ ਵੱਜ ਰਿਹਾ ਹੈਗਾ ਵਾ, ਰਿਦਮ ਵੱਜ ਰਹੀ ਹੈ, ਤੇ ਉਹ ਆਪਣੇ ਨਾਦ ਵਿੱਚ ਮਸਤੀ ਵਿੱਚ ਆਪਣੇ ਅੱਲਾਹ ਦੀ ਮੁਹੱਬਤ। ਬਿਲਕੁਲ ਜੀ। ਤੇ ਉਹ ਦੂਜੀ ਮਿਲਦੀ ਹੈ ਸਾਨੂੰ ਕਿ ਜਿਹੜੀ ਧਮਾਲ ਜਿਹੜੀ ਛਿੰਝਾਂ ਦੇ ਵੱਜਦੀ ਸੀ, ਜਦੋਂ ਭਲਵਾਨ ਜਿੱਤ ਜਾਂਦਾ ਹੈ ਉਹਦੇ ਮੂਹਰੇ ਢੋਲ ਵੱਜਦਾ ਤੇ ਉਹ ਆਪਣੀ ਬਾਂਹ ਚੱਕ ਕੇ, ਲੱਤ ਚੱਕ ਕੇ ਤੇ ਆਪਣੀ ਜਿਹੜੀ ਜਿੱਤ ਦਾ ਇਜ਼ਹਾਰ ਕਰਦਾ ਉਹ ਚੀਜ਼। ਤੇ ਅਸੀਂ ਧਾਰਮਿਕ ਵਾਲੇ ਨੂੰ ਛੱਡ ਕੇ ਅਸੀਂ ਸੋਚਿਆ ਕਿ ਵੀ ਆਪਾਂ ਇਹ 'ਤੇ ਕੰਮ ਕਰਨਾ। ਉਸ ਸੰਬੰਧ ਵਿੱਚ ਭਾਜੀ ਜਗਜੀਤ ਸਰੋਆ ਨੇ ਜਿਹੜੇ ਇਸ ਵੇਲੇ ਸਾਡੇ ਇੱਥੇ ਐਸਪੀ ਲੱਗੇ ਹੋਏ ਨੇ ਜਲੰਧਰ ਸ਼ਹਿਰ ਦੇ ਵਿੱਚ ਹੀ, ਭਲਵਾਨੀ ਨਾਲ ਜੁੜੇ ਹੋਏ ਨੇ, ਸਰਦਾਰ ਕਰਤਾਰ ਭਲਵਾਨ ਸਿੰਘ ਹੋਰਾਂ ਦੇ ਕਰਤਾਰ ਸਿੰਘ ਹੋਰਾਂ ਦੇ ਨਾਲ ਸੰਬੰਧ ਹੈ। ਬਿਲਕੁਲ। ਤੇ ਉਹਨਾਂ ਕੋਲੋਂ ਕੁਝ ਹੋਰ ਪੁਰਾਣੇ ਭਲਵਾਨਾਂ ਤੋਂ ਕਿ ਕਿੱਦਾਂ ਤੁਸੀਂ ਜਦੋਂ ਜਿੱਤ ਜਾਂਦੇ ਸੀ ਤੇ ਕਿੱਦਾਂ ਦੀ ਖੁਸ਼ੀ ਹੁੰਦੀ ਸੀ, ਤੁਹਾਡਾ ਉਹਨਾਂ ਜੈਸਚਰਸ ਕਿੱਦਾਂ ਦੇ ਹੋਣੇ ਚਾਹੀਦੇ ਨੇ ਭਲਵਾਨ ਦੇ, ਭਲਵਾਨ ਤੁਰਦਾ ਕਿਸ ਤਰ੍ਹਾਂ ਸੀ, ਉਹ ਇਹ ਚੀਜ਼ਾਂ ਸਾਰੀਆਂ ਦਿਮਾਗ 'ਚ ਰੱਖ ਕੇ ਫਿਰ ਉਹਨੂੰ ਕੰਪੋਜ਼ ਕੀਤਾ। ਤੇ ਔਰ ਬੇਸਿਕਲੀ ਅਸੀਂ ਆਪਣੇ ਨਾਲ ਰੱਖਿਆ ਉਸਤਾਦ ਬਲਬੀਰ ਚੰਦ, ਉਹਨਾਂ ਦਾ ਬੇਟਾ ਧਰਮਿੰਦਰ ਜੀ, ਉਹਨੂੰ, ਕਿਉਂਕਿ ਉਹ ਖਾਨਦਾਨੀ ਢੋਲੀ ਹੈ ਤੇ ਤੂੰ ਸਿਰਫ ਇਹੀ 22ਵੀਆਂ ਰਿਦਮਾਂ ਵਜਾਉਣੀਆਂ ਨੇ। ਅੱਛਾ। ਤੇ ਕਿਉਂਕਿ ਧਮਾਲ ਦੀਆਂ ਜਿਹੜੀਆਂ ਬੇਸਿਕ ਰਿਦਮਸ ਨੇ ਆਪਾਂ ਉਹ 'ਚ ਕੋਈ ਛੇੜਛਾੜ ਨਹੀਂ ਕੀਤੀ, ਸਿਰਫ ਤੁਸੀਂ ਇਹ ਤੇ ਇਹ ਵਜਾਉਣੀਆਂ ਨੇ, ਬਾਕੀ ਚੀਜ਼ ਜਿਹੜੀ ਸੀ ਆਪਾਂ ਫਿਰ ਹੌਲੀ ਕਰਦੀ ਬੰਨੀ ਤੇ ਸਟੇਜ ਦੇ ਉੱਤੇ ਉਹ ਆਈ, ਲੋਕਾਂ ਨੇ ਪਸੰਦ ਕੀਤੀ। ਬਹੁਤ ਖੂਬ, ਬਹੁਤ ਡੂੰਘਾ ਵਿਸ਼ਾ ਆ। ਔਰ ਮੈਂ ਸੱਚਮੁੱਚ ਹੈਰਾਨ ਆ ਕਿ ਸਾਰੇ ਜਾਣੇ ਕਹਿ ਦਿੰਦੇ ਜਲੰਧਰ ਵਾਲਿਆਂ ਨੂੰ ਕਲਚਰ ਨਹੀਂ ਪਤਾ ਲੱਗਦਾ। ਜਲੰਧਰ ਵਾਲੇ ਬਹੁਤ ਮਾਡਰਨ ਬਣੇ ਫਿਰਦੇ ਆ। ਦੇਖੋ, ਲੱਭਣ ਵਾਲੇ ਬੰਦੇ ਚਾਹੀਦੇ ਆ। ਜਲੰਧਰ 'ਚ ਵੀ ਬਹੁਤ ਸਾਰਾ ਕਲਚਰ ਹੈਗਾ ਆ। ਦੇਖੋ, ਗੱਲ ਉੱਥੇ ਹੀ ਮੁੱਕ ਜਾਂਦੀ ਆ ਕਿ ਭਾਈ ਜਦੋਂ ਟਾਈਮ ਹੋ ਜਾਂਦਾ ਨਾ ਕਹਿਣਾ ਪੈਂਦਾ ਆ ਹੁਣ ਸਾਡੇ ਕੋਲ ਟਾਈਮ ਨਹੀਂ ਰਹਿ ਗਿਆ, ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਸ਼ੁਕਰੀਆ। ਪਰ ਨੀਤੀ ਜੀ ਸੱਚਮੁੱਚ ਬਹੁਤ, ਜੇ ਤੁਸੀਂ ਕੰਮ ਕਰਦੇ ਹੋ ਨਾ, ਤੁਹਾਡੀਆਂ ਗੱਲਾਂ 'ਚੋਂ ਝਲਕਦਾ ਆ ਕਿ ਤੁਸੀਂ ਇਸ ਉੱਤੇ ਕੰਮ ਕਰ ਰਹੇ ਹੋ, ਹਨਾ। ਕਹਿੰਦੇ ਮਤਲਬ ਕਿ ਘਰ ਦੇ ਭਾਗ ਉਹਦੇ ਬੂਹੇ ਤੋਂ ਹੀ ਪਤਾ ਲੱਗ ਜਾਂਦੇ ਆ। ਸੋ ਮੈਨੂੰ ਤਾਂ ਲੱਗਦਾ ਕਿ ਜਿੰਨੀਆਂ ਗੱਲਾਂ ਕੀਤੀਆਂ, ਇਹ ਟ੍ਰੇਲਰ ਆ, ਹਲੇ ਤਾਂ ਪਤਾ ਨਹੀਂ ਕਿੰਨੀ ਫਿਲਮ ਇਹਨਾਂ ਦੇ ਅੰਦਰ ਸਮਾਈ ਬੈਠੀ ਹੋਣੀ ਹੈ ਲੋਕ ਨਾਚਾਂ ਨੂੰ ਲੈ ਕੇ। ਪਰ ਦਿਲੋਂ ਤੁਹਾਡਾ ਧੰਨਵਾਦ ਪ੍ਰੋਗਰਾਮ 'ਚ ਆਉਣ ਦੇ ਲਈ। ਥੈਂਕ ਯੂ ਵੈਰੀ ਮਚ। ਬੈਠਕ ਵਿਦ ਵਰੁਣ ਕੌਰ ਮਾਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਆ ਜੀ। ਹੁਣ ਮੈਨੂੰ ਦੇ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਾਡਾ YouTube ਚੈਨਲ ਪੰਜਾਬ ਮੇਲ USA TV ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।